ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਕਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ। ਗੁਰ ਰਾਖੇ ਸੇ ਉਬਰੇ, ਮਨ ਮੁਖਾਂ ਦੇ ਸਜਾਏ। ਕਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ। ਗੁਰ ਰਾਖੇ ਸੇ ਉਬਰੇ, ਮਨ ਮੁਖਾਂ ਦੇ ਸਜਾਏ। ਜਮ ਕਾਲੈ ਵਸ ਜਗ ਬਾਂਧਿਆ, ਤਿਸ ਦਾ ਫਰੂ ਨਾ ਕੋਏ। ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁਖ ਨਾ ਹੋਏ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁਖ ਨਾ ਹੋਏ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਆਪਣੀਆਂ ਰਹਿਮਤਾਂ ਜੋ ਸਦਾ ਸਤਸੰਗਤ ਵਿੱਚ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੀ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ, ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ, ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਨੇ ਰਹਿਮਤ ਕੀਤੀ ਹੈ, ਸਾਨੂੰ ਫਿਰ ਮੁੜ ਕੇ ਦੁਹਰਾ ਕੇ ਉਹਨਾਂ ਹੀ ਵਿਚਾਰਾਂ ਨੂੰ ਦ੍ਰਿੜ ਕਰਨ ਦਾ ਹੁਕਮ ਕੀਤਾ ਹੈ, ਜਿਹਦੇ ਨਾਲ ਸਾਡੇ ਜੀਵਨ ਦੀ ਜੁਗਤ ਨਿਰਮਲ ਹੋ ਜਾਏ। ਕਿਉਂਕਿ ਗੁਰਸੰਗਤ ਵਿੱਚ ਬੈਠ ਕੇ ਜੋ ਪ੍ਰਾਪਤੀ ਹੋਣੀ ਹੈ ਤੇ ਜੋ ਫਲ ਮਿਲਣਾ ਹੈ,
ਉਹ ਨਿਰਮਲਤਾ ਹੀ ਹੈ। ਅਤੇ ਨਿਰਮਲਤਾ ਕੋਈ ਵਸਤੂਗਤ ਨਿਰਮਲਤਾ ਨਹੀਂ ਹੈ ਕਿ ਅਸੀਂ ਕਿਸੇ ਨੂੰ ਪੈਮਾਨਾ ਦੇਖ ਕੇ ਦੇਖ ਲਿਆ, ਦੇਖੋ ਜੀ ਸਾਰਾ ਸਾਫ਼ ਹੋ ਗਿਆ। ਜਿਵੇਂ ਅਸੀਂ ਕਹਿ ਸਕਦੇ ਹਾਂ, ਦੇਖੋ ਜੀ ਹੁਣ ਵਿਹੜਾ ਸਾਫ਼ ਕਰਤਾ, ਭਾਂਡੇ ਸਾਫ਼ ਕਰਤੇ, ਅਸਾਂ ਕੱਪੜੇ ਸਾਫ਼ ਕਰਤੇ। ਮਨ ਦੀ ਨਿਰਮਲਤਾ ਇਸ ਤਰ੍ਹਾਂ ਨਹੀਂ ਜਾਂਚੀ ਪਰਖੀ ਜਾ ਸਕਦੀ। ਮਨ ਦੀ ਨਿਰਮਲਤਾ ਦਾ ਜੋ ਪੈਮਾਨਾ ਹੈ, ਕੀ ਸਾਡਾ ਵਿਹਾਰ ਨਿਰਮਲ ਹੈ, ਕੀ ਸਾਡਾ ਕਿਰਦਾਰ ਨਿਰਮਲ ਹੈ, ਕੀ ਸਾਡਾ ਆਪਣੇ ਪਰਿਵਾਰ ਦੇ ਪ੍ਰਤੀ, ਸਮਾਜ ਪ੍ਰਤੀ ਜੋ ਸਾਡਾ ਵਿਵਹਾਰ ਹੈ, ਜੋ ਲੈਣ ਦੇਣ ਹੈ, ਜੋ ਆਪਣਾ ਜੀਵਨ ਤਰੀਕਾ ਹੈ, ਕਿ ਉਹ ਨਿਰਮਲ ਹੈ। ਅਤੇ ਨਿਰਮਲ ਦਾ ਪੈਮਾਨਾ ਹੈ ਕਿ ਸੱਚ ਹੈ, ਧੋਖਾਧੜੀ 'ਤੇ ਨਹੀਂ, ਛਲ ਕਪਟ 'ਤੇ ਨਹੀਂ। ਅਤੇ ਜੇ ਅਸੀਂ ਛਲ ਕਪਟ ਕਰਦੇ ਹਾਂ, ਇੱਥੇ ਕੁਝ ਹੋਰ, ਬਾਹਰ ਕੁਝ ਹੋਰ, ਘਰ ਕੁਝ ਹੋਰ, ਦੁਕਾਨ 'ਤੇ ਕੁਝ ਹੋਰ, ਅਤੇ ਭਾਈ ਅਸੀਂ ਗਿਆਨੀ ਹੋ ਸਕਦੇ ਹਾਂ, ਚਾਲਾਕ ਹੋ ਸਕਦੇ ਹਾਂ, ਅਮੀਰ ਹੋ ਸਕਦੇ ਹਾਂ, ਪਰ ਨਿਰਮਲ ਹਿਰਦੇ ਵਾਲੇ ਗੁਰਸਿੱਖ ਨਹੀਂ ਹੋ ਸਕਦੇ। ਅਤੇ ਇੱਥੇ ਨਿਰਮਲ ਹਿਰਦੇ ਵਾਲੇ ਗੁਰਸਿੱਖ ਬਣਨ ਲਈ ਬੈਠੀਦਾ ਹੈ। ਬਾਕੀਆਂ ਚੀਜ਼ਾਂ ਵਾਸਤੇ ਬਾਹਰ ਬਹੁਤ ਇੰਸਟੀਟਿਊਟ ਹੋਣਗੇ, ਗਿਆਨ ਵਾਸਤੇ ਬਾਹਰ ਬੜੇ ਵੱਡੇ ਵੱਡੇ ਵਿਦਿਆਲਯ ਇੰਸਟੀਟਿਊਟ ਖੁੱਲ੍ਹੇ ਨੇ, ਉੱਥੋਂ ਬਾਜ਼ਾਰ ਦੀਆਂ ਤਕਨੀਕਾਂ ਮਿਲਦੀਆਂ ਨੇ, ਵਿਗਿਆਨ ਦੀਆਂ ਟੈਕਨੋਲੋਜੀਆਂ ਮਿਲਦੀਆਂ ਨੇ, ਬੜਾ ਕੁਛ ਮਿਲਦਾ ਹੈ, ਪਰ ਸੱਤ ਨਹੀਂ ਮਿਲਦਾ। ਸੱਤ ਪ੍ਰਾਪਤ ਕਰਨ ਵਾਸਤੇ ਇੱਥੇ ਆਉਣਾ ਪੈਂਦਾ ਹੈ। ਅਤੇ ਜਦੋਂ ਸੱਤ ਮਿਲ ਜਾਂਦਾ ਹੈ ਤਾਂ ਬਾਕੀ ਸਭ ਕੁਛ ਨਿਰਮਲ ਹੋ ਜਾਂਦਾ ਹੈ। ਇੱਥੋਂ ਸੱਤ ਪੈਸੇ ਕਰਕੇ ਮਹਾਰਾਜ ਕਹਿੰਦਾ ਨਾਮ ਪ੍ਰਾਪਤ ਕਰੋ, ਤਾਂ ਨਾਮ ਸੱਤ ਹੈ। ਰੋਜ਼ਾਨਾ ਪੜ੍ਹਿਆ ਜਾਂਦਾ ਇੱਕ ਓਂਕਾਰ ਸਤ ਨਾਮ। ਜੇ ਠਹਿਰ ਕੇ ਪੜ੍ਹੀਏ ਤਾਂ ਫਿਰ ਸਮਝ ਆਉਂਦੀ ਆ, ਕਿਉਂਕਿ ਅਸੀਂ ਲੋਕ ਰਟੰਤ ਅਤੇ ਚਲੰਤ ਪੜ੍ਹ ਜਾਂਦੇ ਹਾਂ। ਸਾਨੂੰ ਦੱਸਤਾ ਬਚਪਨ ਤੋਂ ਯਾਦ ਹੋ ਗਿਆ, ਬਸ ਨਿੱਕੇ ਨਿੱਕੇ ਹੁੰਦੇ ਸਾਂ ਇੱਕ ਓਂਕਾਰ ਸਤਿਨਾਮ ਯਾਦ ਕਰਾਤਾ, ਯਾਦ ਹੋ ਗਿਆ। ਬਾਅਦ 'ਚ ਕਿਸੇ ਨੇ ਵਰਬਲੀ ਸਮਝਾਇਆ ਵੀ ਅਤੇ ਅਸਾਂ ਉਸਨੂੰ ਗਹਿਰਾ ਹੀ ਪਕੜਿਆ ਨਹੀਂ। ਕਿਤੇ ਹੁਣ ਹੀ ਠਹਿਰ ਕੇ ਪੜ੍ਹਿਆ ਕਰੀ, ਇੱਕ ਓਂਕਾਰ ਸਤ ਨਾਮ। ਇੱਕ ਓਂਕਾਰ ਹੀ ਸੱਤ ਹੈ ਅਤੇ ਸੱਤ ਹੀ ਉਹਦਾ ਨਾਮ ਹੈ। ਇੱਕ ਓਂਕਾਰ ਹੀ ਸੱਤ ਹੈ, ਸੱਤ ਹੀ ਉਹਦਾ ਨਾਮ ਹੈ। ਅਤੇ ਜੋ ਨਾਮ ਹੈ ਉਹ ਕੈਸਾ ਹੈ? ਉਹੀ ਨਿਰਭਉ ਨਿਰੰਕਾਰ ਹੈ। ਜਿਹਨੂੰ ਪੜ੍ਹਦੇ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਸਾਰੀ ਫਿਰ ਸੱਤ ਅਤੇ ਨਾਮ ਦੀ ਵਿਆਖਿਆ, ਸਤਨਾਮ ਇੱਕ ਓਂਕਾਰ ਦੀ ਵਿਆਖਿਆ। ਇਸ ਤਰ੍ਹਾਂ ਇੱਕ ਦੂਜੇ ਦੇ ਪੂਰਕ ਨੇ, ਸ਼ਬਦ ਦੇ ਜੋੜ ਨੇ। ਔਰ ਇਹ ਇੱਕ ਓਂਕਾਰ ਜੋ ਸੱਤ ਹੈ, ਜਿਹੜਾ ਸਭ ਤੋਂ ਵੱਧ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ, ਸਭ ਤੋਂ ਜ਼ਿਆਦਾ ਵਾਰ ਇਹ ਜੋੜ ਲਿਖਿਆ ਗਿਆ ਹੈ, ਇੱਕ ਓਂਕਾਰ ਸੱਤ। ਕਿੱਦਾਂ ਮਿਲੇਗਾ? ਸਾਡੀ ਪਹੁੰਚ ਕਿਸ ਤਰ੍ਹਾਂ ਹੋਏਗੀ? ਸਾਡੀ ਜੀਵਨ ਦੀ ਜੁਗਤ ਇੱਕ ਓਂਕਾਰ ਦੀ ਬਖਸ਼ਿਸ਼ ਸਦਕੇ ਸੱਤ 'ਤੇ ਆਧਾਰਿਤ ਹੋ ਜਾਏ। ਉਹਦੇ ਵਾਸਤੇ ਇੱਕ ਚੀਜ਼ ਚਾਹੀਦੀ ਹੈ, ਉਹ ਹੈ ਗੁਰਪ੍ਰਸਾਦ। ਅਤੇ ਜਿਸ ਨੂੰ ਅਸਾਂ ਜੋੜ ਕੇ ਪੜ੍ਹਿਆ, ਇੱਕ ਓਂਕਾਰ ਸਤ ਗੁਰਪ੍ਰਸਾਦ। ਅਸੀਂ ਚਲੰਤ ਪੜ੍ਹਦੇ ਇੱਕ ਓਂਕਾਰ ਸਤ ਗੁਰਪ੍ਰਸਾਦ। ਇੱਕ ਓਂਕਾਰ ਹੀ ਸਤ ਹੈ। ਅਤੇ ਮਹਾਰਾਜ ਅੱਜ ਕਹਿੰਦੇ ਕੋਈ ਜਾਣੇ ਕਾਵਨ ਇਹਾਂ ਚਾਕਰੀ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ, ਤਾਂ ਕਿ ਨਿਰਮਲ ਰੀਤ। ਜਿਹਦੀ ਰੀਤ ਨਿਰਮਲ ਹੋ ਜਾਏਗੀ, ਉਹਦੀ ਪਹਿਲੀ ਪਹਿਚਾਣ ਹੋਏਗੀ ਕਿ ਉਹਦੀ ਆਪਣੇ ਪਰਿਵਾਰ ਨਾਲ ਸੰਬੰਧਿਤ ਜੋ ਜੀਅ ਨੇ ਉਹਨਾਂ ਦੇ ਪ੍ਰਤੀ ਨਿਰਮਲਤਾ ਹੋਏਗੀ। ਕਿਉਂਕਿ ਨਿਰਮਲਤਾ ਧਰਮ, ਆਚਰਣ, ਵਿਵਹਾਰ, ਕਿਰਦਾਰ ਦਾ ਪਹਿਲਾ ਪੜਾਅ, ਪਹਿਲਾ ਕਦਮ ਪਰਿਵਾਰ ਹੁੰਦਾ ਹੈ। ਅਤੇ ਪਰਿਵਾਰ ਕੀਤੀ ਮਾਤ ਪਿਤਾ ਬਨਤਾ ਸੁਤਬੰਧ ਪੇਹੀ, ਅਤੇ ਪਰਿਵਾਰ ਹੈ। ਇਹਨਾਂ ਦੇ ਪ੍ਰਤੀ ਸਾਡੀ ਨਿਰਮਲਤਾ, ਇਹਨਾਂ ਦੇ ਪ੍ਰਤੀ ਕੋਈ ਛਲ ਕਪਟ ਨਾ ਕਰੇ। ਅਕਸਰ ਵਿਅਕਤੀ ਛਲ ਕਪਟ ਆਪਣੇ ਭੈਣ ਭਰਾਵਾਂ ਨਾਲ ਹੀ ਕਰਦਾ ਹੈ। ਸਭ ਤੋਂ ਪਹਿਲਾਂ ਛਲ ਕਪਟ ਭੈਣ ਭਰਾਵਾਂ ਨਾਲ ਕਰਦਾ ਹੈ। ਹੌਲੀ ਹੌਲੀ ਉਹ ਫਿਰ ਅੱਗੇ ਵੱਧਦਾ 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 ਦੇ ਸਮਾਜ ਤੱਕ, ਪਿੰਡ ਤੱਕ, ਸ਼ਹਿਰ ਤੱਕ, ਦੇਸ਼ ਤੱਕ, ਬੜੀ ਦੂਰ ਤੱਕ ਤੁਰਿਆ ਜਾਂਦਾ ਹੈ। ਜਿਹਦੀ ਰੀਤ ਨਿਰਮਲ ਹੈ, ਸਮਝ ਲਓ ਉਹਦੀ ਪਰਿਵਾਰ ਦੇ ਨਾਲ ਬਣਤਰ ਨਿਰਮਲ ਹੈ। ਮੋਟੇ ਮੋਟੇ ਤੌਰ 'ਤੇ ਕਹਿ ਦਈਦਾ ਕਿ ਜਿਸ ਬੰਦੇ ਦੇ ਨਾਲ ਉਹਦਾ ਪਰਿਵਾਰ ਖੜ੍ਹਾ ਹੈ, ਸਮਝ ਲਓ ਉਹ ਚੰਗਾ ਹੈ। ਅਤੇ ਜਿਸ ਬੰਦੇ ਦੇ ਨਾਲ ਉਹਦੇ ਧੀਆਂ ਪੁੱਤਰ ਭੈਣ ਭਰਾ ਵੀ ਨਹੀਂ ਖੜ੍ਹੇ ਹੋਏ, ਬਾਹਰ ਦੁਨੀਆ ਭਾਵੇਂ ਨੇ 1000 ਬੰਦਾ ਇਕੱਠਾ ਕੀਤਾ ਹੋਵੇ, ਉਸਦੇ ਜੀਵਨ ਦਾ ਕੋਈ ਮਾਇਨਾ ਨਹੀਂ।
ਕਿਉਂਕਿ ਬਾਹਰ ਦੇ ਲੋਕ ਤੇ ਲਾਲਚ ਨਾਲ ਤੇ ਸਵਾਰਥ ਨਾਲ ਜੁੜਦੇ ਨੇ ਨਾ। ਪਰਿਵਾਰ ਦੇ ਜੀ ਨਿਰਮਲ ਇੱਕ ਸਮਾਂ ਹੁੰਦਾ ਹੈ, ਆਰੰਭਕ ਤੌਰ ਲੋਕ ਸੋਚਦੇ ਕਿ ਸ਼ਾਇਦ ਭੈਣ ਭਰਾ ਲਾਲਚ ਕਰਕੇ ਨਹੀਂ, ਜਦੋਂ ਦੁੱਖ ਪੈਂਦਾ ਹੀ ਭੈਣ ਭਰਾ ਖੜ੍ਹਦੇ ਨੇ, ਉਦੋਂ ਲਾਲਚ ਕਰਕੇ ਨਹੀਂ, ਆਪਣੇ ਕਰਤੱਵ ਕਰਕੇ, ਆਪਣੇ ਧਰਮ ਕਰਕੇ ਖੜ੍ਹਦੇ। ਖੈਰ, ਗੁਰਦੇਵ ਕਿਰਪਾ ਕਰਨ ਸਾਨੂੰ ਸਮਝ ਆਏ, ਸਾਡਾ ਜੀਵਨ ਵਿਵਹਾਰ ਨਿਰਮਲ ਹੋਵੇ। ਅਤੇ ਜੀਵਨ ਵਿਵਹਾਰ ਨਿਰਮਲ ਸਭ ਤੋਂ ਪਹਿਲਾ ਪੜਾਅ ਹੈ ਆਪਣੇ ਪਰਿਵਾਰ ਪ੍ਰਤੀ। ਅਤੇ ਵਿਵਹਾਰ ਨਿਰਮਲ ਕਰਨ ਦੇ ਨਾਲ ਨਾਲ ਇੱਕ ਗੱਲ ਸਮਝ ਆ ਜਾਏ ਕਿ ਸਾਰੇ ਦੇ ਸਾਰੇ ਜੀ ਜਿਤਨੇ ਵੀ ਮੈਨੂੰ ਮਿਲੇ ਨੇ ਇਹ ਸੰਜੋਗਾਂ ਕਰਕੇ ਮਿਲੇ ਨੇ, ਇਸ ਕਰਕੇ ਇਹਨਾਂ ਦੇ ਨਾਲ ਨਿਭਾਉਣੀ ਆ। ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਇਹ ਸਾਰੇ ਕੋਣ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਪੂਰਬ ਜਨਮ ਕੇ ਸੰਜੋਗੀ ਨੇ, ਅੰਤ ਦੇ ਸਾਥੀ ਨਹੀਂ, ਦੁਨੀਆ ਦੇ ਸਾਥੀ ਨੇ, ਪਰਿਵਾਰ ਦੇ ਸਾਥੀ ਨੇ, ਸੰਜੋਗੀ ਨੇ। ਪਰ ਇਹ ਰੀਤ ਨਿਰਮਲ ਦਾ ਅਗਲਾ ਪਾਸਾ ਹੁੰਦਾ ਕਿ ਅੰਤ ਦਾ ਸਾਥੀ ਤੇ ਕੇਵਲ ਨਾਮ ਹੈ। ਇਸੇ ਗੱਲ ਨੂੰ ਅਸੀਂ ਸਮਝਣਾ ਹੈ। ਜਿਨ੍ਹਾਂ ਨੇ ਆਪਣੇ ਜੀਵਨ ਦੀ ਰੀਤ ਨੂੰ ਨਿਰਮਲ ਨਹੀਂ ਕੀਤਾ, ਕਿਸੇ ਕਾਰਨ ਲਾਲਚ ਹੋ ਸਕਦੇ ਨੇ, ਉਹਦੀ ਵਿਆਖਿਆਵਾਂ ਬਹੁਤ ਹੋ ਸਕਦੀਆਂ ਨੇ ਕਿ ਦੇਖੋ ਜੀ ਫਲਾਣੇ ਬੰਦੇ ਦਾ ਵਿਵਹਾਰ ਠੀਕ ਨਹੀਂ ਹੈ, ਉਹਦੇ ਕਾਰਨ ਵੀ ਬਹੁਤ ਹੋ ਸਕਦੇ ਨੇ ਅਤੇ ਉਹਨਾਂ ਦੀ ਵਿਆਖਿਆਵਾਂ ਵੀ ਬਹੁਤ ਹੋ ਸਕਦੀਆਂ ਨੇ। ਪਰ ਜੇ ਕਿਸੇ ਬੰਦੇ ਦਾ ਜੀਵਨ ਵਿਵਹਾਰ ਨਿਰਮਲ ਨਹੀਂ ਹੈ, ਜੇ ਕਿਸੇ ਬੰਦੇ ਦੇ ਜੀਵਨ ਵਿਹਾਰ ਵਿੱਚ ਤਮਾਮ ਪ੍ਰਕਾਰ ਦੀਆਂ ਉਣਤਾਈਆਂ ਕਹੀਆਂ ਜਾਂਦੀਆਂ ਨੇ, ਆਚਰਣ ਮੈਲਾ ਹੈ, ਕਿਰਦਾਰ ਮੈਲਾ ਹੈ, ਵਿਵਹਾਰ ਮੈਲਾ ਹੈ, ਨਿੰਦਾ ਚੁਗਲੀ ਛਲ ਕਪਟ ਦੁਨੀਆ ਭਰ ਦੇ ਵਿਕਾਰ ਕਰਮ ਨੇ, ਅਤੇ ਫਿਰ ਉਹਦਾ ਬਣੇਗਾ ਕੀ? ਅੰਤ ਵੇਲੇ ਉਹਨੂੰ ਕੌਣ ਮਿਲੇਗਾ? ਕਿਉਂਕਿ ਅਸੀਂ ਜਿਹੜੇ ਖਾਸ ਕਰ ਧਾਰਮਿਕ ਖੇਤਰ 'ਚ ਜਿਉਂਦੇ ਹਾਂ, ਅਸੀਂ ਅੰਤ ਵੇਲੇ ਦੇ ਬਾਬਤ ਵੀ ਚਿੰਤਾ ਕਰਦੇ ਹਾਂ ਕਿ ਅੰਤ ਵੇਲੇ ਤੇਰਾ ਕੀ ਬਣੇਗਾ। ਅਤੇ ਮਹਾਰਾਜ ਕਹਿਣ ਲੱਗੇ ਫਿਰ ਚੇਤਾ ਰੱਖਣਾ, ਜਿਨ੍ਹਾਂ ਦੀ ਰੀਤ ਨਿਰਮਲ ਹੈ ਉਹਨਾਂ ਨੂੰ ਅੰਤ ਵੇਲੇ ਕੀ ਮਿਲਦਾ ਹੈ, ਅਤੇ ਜਿਹੜੇ ਰੀਤ ਨਿਰਮਲ ਨਹੀਂ ਕਰ ਪਾਏ ਉਹਨਾਂ ਨੂੰ ਅੰਤ ਵੇਲੇ ਕੀ ਮਿਲਦਾ ਹੈ। ਸਮਝ ਸਕੀ ਮਹਾਰਾਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਿਆਰਾ ਜਿਹਾ ਪਰਮ ਬਚਨ ਹੈ, ਕੱਲ ਮਹਿ, ਕਲ ਯੁੱਗ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ। ਇਸ ਸਾਨੂੰ ਅਸੀਂ ਆਪਣੇ ਵਰਤਮਾਨ ਸਮੇਂ ਦੀ ਗੱਲ ਕਰੀ, ਸਾਡੇ ਸਮੇਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜੰਦਾਰ ਹੈ। ਜੰਦਾਰ ਕਹਿੰਦੇ ਨੇ ਬਹੁਤ ਡਾਢਾ ਸਖਤ ਮਜ਼ਬੂਤ ਜੰਦਰੇ ਵਰਗਾ, ਜਿਹਨੂੰ ਤੋੜਿਆ ਜਾਏ ਪਰ ਖੁੱਲ੍ਹਦਾ ਨਹੀਂ। ਯਾਦ ਰੱਖਣਾ, ਕਰਮ ਚੱਕਰ ਵੀ ਖੁੱਲ੍ਹਦਾ ਨਹੀਂ ਜੇ ਤੋੜਿਆ ਹੀ ਜਾਂਦਾ ਜੇ। ਜਿਹੜਾ ਸਾਡੇ 'ਤੇ ਜਨਮ ਅਤੇ ਮਰਨ ਦਾ ਚੱਕਰ ਪਿਆ ਹੋਇਆ, ਇਹ ਕੋਈ ਜੁਗਤਾਂ ਨਾਲ ਨਹੀਂ ਜੇ ਮੁੱਕਦਾ ਵੀ ਕਰਮ ਦੇ ਨਾਲ ਕਰਮ ਮੁੱਕ ਜੇਗਾ ਨਾ, ਇਹ ਕਰਮ ਦੇ ਨਾਲ ਕਰਮ ਕੱਟਿਆ ਜਾਏਗਾ, ਮੁਬਾਰਕ ਹੈ। ਪਰ ਕਰਮ ਦਾ ਕਰਾਂਗੇ, ਕਰਮ ਤੇ ਪ੍ਰਤੀਕਰਮ ਪ੍ਰਤੀਫਲ ਮਿਲੇਗਾ। ਕਰਮ ਇੱਕ ਹੋਰ ਬਣ ਗਿਆ, ਇੱਕ ਲਕੀਰ ਹੋਰ ਖਿੱਚੀ ਗਈ, ਹੁਣ ਉਹਦਾ ਫਲ ਦੇਵਾਂਗੇ, ਉਹਦਾ ਭੁਗਤਾਨ ਕਰਾਂਗੇ। ਉਹ ਭੁਗਤਾਨ ਕਰਦਿਆਂ ਕਰਦਿਆਂ ਫਿਰ ਪਛਤਾਤਾਪ ਕਰਮ ਕਰਾਂਗੇ, ਫਿਰ ਕਰਮ ਬਣ ਜਾਏਗਾ। ਇਸੇ ਕਰਕੇ ਕਰਮ ਸ਼ਾਸਤਰੀ ਮੰਨਦੇ ਨੇ ਕਿ ਕਰਮਾਂ ਦੇ ਸਦਕੇ ਕਰਮ ਨਹੀਂ ਕੱਟੇ ਜਾਂਦੇ। ਅਤੇ ਫਿਰ ਕੀ ਹੁੰਦਾ? ਕਰਮ ਕੀ ਕਰ ਸਕਦਾ? ਸ਼ੁੱਧ ਤੋਂ ਸ਼ੁੱਧ ਕਰਮ ਵੀ ਕੋਈ ਕਰੇ। ਮੰਨ ਲਿਆ ਕਿ ਆਪਾਂ 100% ਕਰਮ ਸ਼ੁੱਧ ਕਰਨ ਲੱਗ ਪਏ, ਹਾਲਾਂਕਿ ਸੰਭਵ ਨਹੀਂ ਹੁੰਦਾ ਵੀ 100% ਕੋਈ ਕਰਮ ਸ਼ੁੱਧ ਕਰ ਲਏਗਾ, ਪਰ ਮੰਨ ਵੀ ਲਿਆ ਕਿ ਕਿਸੇ ਨੇ 100% ਕਰਮ ਸ਼ੁੱਧ ਕਰ ਲਏ, ਫਿਰ ਵੀ ਕੀ ਕਰੇਗਾ? ਫਿਰ ਵੀ ਵੱਧ ਤੋਂ ਵੱਧ ਨਜ਼ਦੀਕ ਆ ਜਾਏਗਾ। ਮਿਲਾਪ ਹਾਸਲ ਕਰਮ ਦੇ ਸਦਕੇ ਨਹੀਂ ਹੁੰਦਾ, ਨਜ਼ਦੀਕ ਆ ਜਾਏਗਾ। ਆਪਾਂ ਜਿੱਥੇ ਬੈਠੇ ਹਾਂ ਨਾ, ਆਪਾਂ ਨੂੰ ਨਜ਼ਦੀਕੀ ਮਿਲ ਗਈ ਹੈ, ਦਰਬਾਰ ਦੇ ਵਿੱਚ ਪ੍ਰਵੇਸ਼ ਮਿਲ ਗਿਆ ਹੈ, ਬੈਠਣ ਨੂੰ ਥਾਂ ਮਿਲ ਗਿਆ ਹੈ, ਜਪਣ ਲਈ ਵਕਤ ਮਿਲ ਗਿਆ ਹੈ, ਪੜ੍ਹਨ ਅਤੇ ਸੁਣਨ ਲਈ ਸਮਾਂ ਮਿਲ ਗਿਆ। ਪਰ ਜਾਣਦੇ ਤਾਂ ਆਪਾਂ ਵੀ ਹਾਂ ਕਿ ਜੇ ਮਿਲਾਪ ਤਾਂ ਨਹੀਂ ਮਿਲਿਆ ਨਾ। ਇੱਥੇ ਸਾਨੂੰ ਵੀ ਪਤਾ ਹੈ ਕਿ ਬਹੁਤ ਨਜ਼ਦੀਕ ਬੈਠ ਕੇ ਹਾਂ, ਚੌਰ ਬਰਦਾਰ ਬਣ ਕੇ ਬੈਠ ਗਏ ਹਾਂ, ਤਾਬਿਆ ਬੈਠਣ ਦਾ ਵਕਤ ਵੀ ਮਿਲ ਗਿਆ ਹੈ, ਪਰ ਫਿਰ ਵੀ ਅੰਦਰੋਂ ਪਤਾ ਹੈ ਕਿ ਮਿਲਾਪ ਤਾਂ ਨਹੀਂ ਮਿਲਿਆ ਨਾ ਜੀ। ਅਜੇ ਤੇ ਅੰਦਰੋਂ ਸਾਨੂੰ ਪਤਾ ਦੂਰੀਆਂ ਹੈ ਨਾ। ਉਹ ਦੂਰੀਆਂ ਕਦੋਂ ਮਿਟਣਗੀਆਂ? ਉਹ ਕਿਰਪਾ ਨਾਲ ਮਿਟਦੀਆਂ ਜੇ। ਹੁਣੇ ਆਸਾ ਕੀ ਵਾਰ ਦੀ ਸੰਪੂਰਨਤਾ 'ਤੇ ਸ਼ਬਦ ਪੜ੍ਹਿਆ ਗਿਆ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਇੱਕੋ ਹੀ ਫਿਲਾਸਫੀਕਲ ਸਿਸਟਮ ਹੈ। ਕਰਮ ਕਰਾਂਗੇ ਨਜ਼ਦੀਕ ਆ ਜਾਵਾਂਗੇ, ਕਰਮ ਕਰਾਂਗੇ ਦੂਰ ਚਲੇ ਜਾਵਾਂਗੇ। ਚੰਗੇ ਕਰਮ ਕਰਾਂਗੇ ਨੇੜੇ ਆ ਜਾਵਾਂਗੇ, ਮਾੜੇ ਕਰਮ ਕਰਾਂਗੇ ਦੂਰ ਚਲੇ ਜਾਵਾਂਗੇ। ਨੇੜੇ ਦੀ ਵੀ ਇੱਕ ਸੀਮਾਵਾਂ ਹੈ, ਦੂਰ ਪਤਾ ਨਹੀਂ। ਦੂਰ ਤੇ ਕੋਈ ਸੀਮਾ ਹੀ ਨਹੀਂ, ਅਨੰਤ ਦੇਸ਼ ਪਿਆ ਹੈ। ਨੇੜੇ ਹੱਦ ਤੋਂ ਹੱਦ ਅਸੀਂ ਆ ਕੇ ਦਰ 'ਤੇ ਪਹੁੰਚ ਸਕਦੇ ਹਾਂ। ਨੇੜੇ ਤੋਂ ਨੇੜੇ ਆਉਂਦੇ ਦਰਵਾਜ਼ੇ 'ਤੇ ਪਹੁੰਚ ਸਕਦੇ ਹਾਂ ਅਤੇ ਦਰ 'ਤੇ ਜਾ ਕੇ ਫਿਰ ਇੱਕ ਕਰਮ ਕਰਦੇ ਹੁੰਦੇ ਹਾਂ ਜੋ ਭਗਤੀ ਖੇਤਰ ਵਿੱਚ ਦੱਸਿਆ ਗਿਆ ਹੈ। ਅਕਸਰ ਉਹ ਸ਼ਲੋਕ ਕਦੇ ਕਦੇ ਸ਼ਬਦ ਜੋੜ ਆਪਾਂ ਪੜ੍ਹਦੇ ਹੁੰਦੇ ਹਾਂ, ਦਰ ਮਾਂ ਦੇ ਠਾਂਡੇ ਦਰਬਾਰ। ਇਹ ਵੀ ਇੱਕ ਕਰਮ ਹੈ, ਪੁਕਾਰ ਕਰਨਾ। ਤੁਧ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਕਰਮ ਦੇ ਨਾਲ ਇਹ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ, ਜਿਸ ਨੂੰ ਅਸੀਂ ਕਦੇ ਕਦੇ ਫਿਲਾਸਫੀ ਸਮਝਣ ਸਮਝਾਉਣ ਵਾਸਤੇ ਵਰਤੇ ਹੁੰਦੇ ਹਾਂ ਵੀ ਆ ਜੋ ਕਲਯੁੱਗ ਦੇ ਵਿੱਚ ਤਾਂ ਚੱਕਰ ਹੈ ਨਾ। ਮੰਨ ਲਿਆ ਅਸੀਂ ਕਿਸੇ ਦੇ ਘਰ ਮਿਲਣ ਜਾਣਾ ਹੈ, ਉਹਨਾਂ ਬਹੁਤ ਚੰਗਾ ਮਿੱਤਰ ਹੈ, ਕੋਈ ਡਾਢਾ ਤਕੜਾ ਬੰਦਾ ਹੈ, ਸਾਨੂੰ ਮਿਲਣ ਦਾ ਚਾਅ ਪੈਦਾ ਹੋ ਗਿਆ ਜਾਂ ਸਾਡਾ ਕੋਈ ਕੰਮ ਹੈ ਉਹਦੇ ਨਾਲ। ਅਸੀਂ ਉਹਦਾ ਅਤਾ ਪਤਾ ਨੋਟ ਕਰ ਲਿਆ, ਪੁੱਛ ਪੁਛਾ ਕੇ ਉਹਦਾ ਪੂਰਾ ਸਹੀ ਪਤਾ ਨੋਟ ਕਰ ਲਿਆ। ਸਹੀ ਤਰੀਕੇ ਦੇ ਨਾਲ ਤੁਰਦੇ 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 ਅਸੀਂ ਉਹਦੇ ਦਰਵਾਜ਼ੇ 'ਤੇ ਪਹੁੰਚ ਗਏ। ਭਾਵੇਂ ਸਾਨੂੰ 10 ਕਦਮ ਜਾਣਾ ਪਿਆ ਅਤੇ ਭਾਵੇਂ 1000 ਮੀਲ ਜਾਣਾ ਪਿਆ, ਭਾਵੇਂ ਇੱਕ ਦਿਨ ਲੱਗਾ ਅਤੇ ਭਾਵੇਂ ਸਾਲ ਲੱਗ ਗਿਆ, ਅਸੀਂ ਉਹਦੇ ਠੀਕ ਦਰਵਾਜ਼ੇ 'ਤੇ ਪਹੁੰਚ ਗਏ। ਦਰਵਾਜ਼ੇ 'ਤੇ ਲਿਖੀ ਹੋਈ ਨੇਮ ਪਲੇਟ, ਅੱਜ ਕੱਲ੍ਹ ਸ਼ਬਦ ਹੈ, ਨੇਮ ਪਲੇਟ ਪੜ੍ਹ ਲਈ, ਐਡਰੈਸ ਪੜ੍ਹ ਲਿਆ, ਬਿਲਕੁਲ ਕਨਫਰਮ ਹੈ, ਠੀਕ ਹੈ। ਆਂਢੀਆਂ ਗੁਆਂਢੀਆਂ ਤੋਂ ਵੀ ਪੁੱਛ ਲਿਆ ਕਿ ਫਲਾਣਾ ਫਲਾਣਾ ਬੰਦਾ ਇਹੀ ਹੈ, ਹਾਂਜੀ ਇਹੀ ਹੈ। ਕੀ ਇਸ ਵਕਤ ਘਰ ਹੈ? ਅਗਲਿਆਂ ਦੱਸਤਾ ਹਾਂ ਇਸ ਵਕਤ ਮੌਕੇ 'ਤੇ ਘਰ ਵੀ ਮੌਜੂਦ ਹੈ। ਘਰ ਵੀ ਠੀਕ ਹੈ, ਬੰਦਾ ਵੀ ਜਿਸ ਨੂੰ ਮਿਲਣਗੇ ਘਰ ਵੀ ਮੌਜੂਦ ਹੈ। ਫਿਰ ਕਿਸੇ ਮਿਲ ਲਵਾਂਗੇ ਜਾ ਕੇ, ਕਿਉਂਕਿ ਦਰਵਾਜ਼ਾ ਤਾਂ ਬੰਦ ਹੈ। ਅਸੀਂ ਵੱਧ ਤੋਂ ਵੱਧ ਕੀ ਕਰਾਂਗੇ? ਦਰਵਾਜ਼ਾ ਖਟਖਟਾਵਾਂਗੇ, ਬਸ। ਹੋਰ ਕੀ ਕਰ ਸਕਦੇ ਹੋ? ਕੁੰਡਾ ਖੜਕਾਵਾਂਗੇ, ਅੱਜ ਕੱਲ੍ਹ ਦਾ ਹਿਸਾਬ ਕਿਤਾਬ ਹੈ, ਡੋਰ ਬੈਲ ਵਜਾਵਾਂਗੇ, ਬਸ ਖੜ੍ਹੇ ਇੰਤਜ਼ਾਰ ਕਰਾਂਗੇ। ਕੁੰਡਾ ਖੜਕਾਵਾਂਗੇ, ਪੁਕਾਰਾਂਗੇ ਨਾਂ ਲੈ ਲੈ ਕੇ, ਆਪਣਾ ਨਾਂ ਲੈ ਕੇ ਦੱਸਾਂਗੇ ਮੈਂ ਫਲਾਣਾ ਹਾਂ ਜੀ, ਕੌਣ ਹਾਂ, ਕਿੱਥੋਂ ਆਏ ਦੱਸ ਸਕਦੇ ਹਾਂ, ਉਹਦਾ ਨਾਂ ਲੈ ਕੇ ਪੁਕਾਰ ਸਕਦੇ ਹਾਂ। ਪਰ ਕੀ ਅਸੀਂ ਦਰਵਾਜ਼ਾ ਖੋਲ੍ਹ ਸਕਦੇ ਹਾਂ? ਅਤੇ ਜਵਾਬ ਹੈ ਨਹੀਂ, ਕਿਉਂਕਿ ਦਰਵਾਜ਼ਾ ਤਾਂ ਭਾਈ ਅੰਦਰੋਂ ਬੰਦ ਹੈ, ਅਤੇ ਅਸੀਂ ਬਾਹਰ ਪੁਕਾਰ ਕਰ ਸਕਦੇ ਹਾਂ। ਹੁਣ ਕੀ ਬਚਿਆ? ਜੇ ਉਸਨੇ ਸਾਡਾ ਨਾਂ ਸੁਣ ਲਿਆ, ਸਾਡੀ ਖਬਰ ਉਹ ਤੱਕ ਪਹੁੰਚ ਗਈ, ਪਰ ਜੇ ਉਹ ਮਿਲਣਾ ਚਾਹੇਗਾ ਤਾਂ ਮਿਲੇਗਾ ਨਾ, ਅਤੇ ਜੋ ਮਿਲਣਾ ਨਹੀਂ ਚਾਹੇਗਾ ਅਤੇ ਸਾਨੂੰ ਘਰ ਹੋ ਕੇ ਵੀ ਨਹੀਂ ਮਿਲੇਗਾ। ਬਹੁਤ ਵਾਰ ਵੱਡੇ ਅਫਸਰਾਂ ਦੇ ਘਰ ਜਾਈਦਾ, ਲੋਕ ਕੋਠੀਆਂ 'ਤੇ ਪਹੁੰਚ ਜਾਂਦੇ ਨੇ, ਦਰਵਾਜ਼ਾ ਖੜਕਾਇਆ, ਨੌਕਰ ਆਉਂਦਾ ਹੈ, ਹਾਂਜੀ ਕਿੱਥੋਂ ਆਏ, ਕਿੱਧਰੋਂ ਆਏ ਪੁੱਛ ਲੈਂਦਾ, ਦੱਸ ਦਿੰਦਾ। ਇਹ ਵੀ ਕਹਿ ਦਿੰਦਾ ਕਿ ਸਾਹਿਬ ਘਰ ਨੇ, ਪਰ ਮਿਲਣਗੇ ਨਹੀਂ। ਕੱਲ੍ਹ ਆਇਓ, ਪਰਸੋਂ ਆਇਓ, ਦਫ਼ਤਰ ਆ ਜਾਇਓ, ਹੈਗੇ ਘਰ ਨੇ ਪਰ ਮਿਲਣਗੇ ਨਹੀਂ। ਹੁਣ ਕੀ ਹੋਇਆ? ਕਿਰਪਾ ਨਹੀਂ ਹੋਈ। ਕਰਮ ਤਾਂ ਠੀਕ ਹੈ ਕਿ ਠੀਕ ਟਿਕਾਣੇ ਪਹੁੰਚ ਗਏ ਹੋ, ਨੇੜੇ ਪਹੁੰਚ ਗਏ ਹੋ, ਦਰਵਾਜ਼ੇ 'ਤੇ ਪਹੁੰਚ ਗਏ ਹੋ, ਪਰ ਅੱਗੇ ਇੱਕ ਚੀਜ਼ ਬਾਕੀ, ਕਿਰਪਾ। ਉਹ ਗੁਰੂ ਨਾਨਕ ਦੱਸਦੇ ਨੇ ਕਿਰਪਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਜੋ ਗੁਰਮਤਿ ਦਰਸ਼ਨ, ਜੋ ਆਪਾਂ ਗੁਰਮਤਿ ਫਿਲਾਸਫੀ ਕਹਿੰਦੇ ਹਾਂ, ਉਹਦੇ ਵਿੱਚ ਕਰਮ ਦਾ ਜ਼ੋਰ ਨਹੀਂ ਹੈ, ਕਿਰਪਾ ਦਾ ਜ਼ੋਰ ਹੈ। ਕਰਮ ਕਰਨ ਦਾ ਗਿਆਨ ਹੋਣਾ ਚਾਹੀਦਾ, ਅਸੀਂ ਕੀ ਕਰਮ ਕਰਨੇ ਨੇ, ਗਿਆਨ ਹੋਣਾ ਚਾਹੀਦਾ। ਅਸਾਂ ਕੀ ਕੰਮ ਕਰਨੇ ਨੇ ਸਾਨੂੰ ਪਤਾ ਹੋਣਾ ਚਾਹੀਦਾ। ਕਰਮ ਸ਼ੁੱਧ ਕਰਨੇ ਚਾਹੀਦੇ ਨੇ, ਚੰਗੇ ਕਰਨੇ ਚਾਹੀਦੇ ਨੇ, ਗਿਆਨ ਹੋਣਾ ਚਾਹੀਦਾ ਹੈ। ਪਰ ਪਤਾ ਇਹ ਵੀ ਹੋਣਾ ਚਾਹੀਦਾ ਕਿ ਬਿਨਾਂ ਕਿਰਪਾ ਤੋਂ ਮਿਲਾਪ ਹਾਸਲ ਨਹੀਂ ਹੁੰਦਾ। ਬਖਸ਼ਿਸ਼ਾਂ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਿਰਪਾ ਕਰਕੇ, ਕਿਰਪਾ ਹੀ ਤਾਂ ਹੈ, ਅਤੇ ਆਪਾਂ ਸਾਰੇ ਬਖਸ਼ਿਸ਼ਾਂ 'ਤੇ ਮੰਗਦੇ, ਮਹਾਰਾਜ ਆ ਵੀ ਮੇਰਾ ਕਾਰਜ ਏ, ਮੇਰੇ ਬੱਚੇ ਪੜ੍ਹਦੇ ਨੇ, ਧੀਆਂ ਪੁੱਤਰ ਪੜ੍ਹਦੇ ਨੇ, ਆਹ ਕਾਰਜ ਏ, ਘਰ ਦੇ, ਪਰਿਵਾਰ ਦੇ, ਵਪਾਰ ਦੇ, ਸੰਸਾਰ ਦੇ, ਸਾਡੇ ਕੰਮ ਹੀ ਅਟਕੇ ਪਏ ਨੇ, ਉਹ ਸਾਰੇ ਕਿਰਪਾ ਕਰਕੇ ਮਿਲਣੇ। ਘਰ ਪਰਿਵਾਰ ਦੇ ਕੰਮ ਕਰਦਿਆਂ ਕਰਦਿਆਂ ਸਾਥੋਂ ਭੁੱਲਾਂ ਗਲਤੀਆਂ ਹੁੰਦੀਆਂ ਨੇ, ਨਾਮ ਭੁੱਲ ਜਾਈਦੇ, ਨਾਮ ਤੋਂ ਵਿਛੜ ਜਾਈਦੇ, ਵਿਸਰ ਜਾਈਦੇ, ਅਤੇ ਨਤੀਜਾ ਕੀ ਮਿਲਦਾ? ਫਿਰ ਅਸੀਂ ਵਾਪਸ ਉਸੇ ਚੱਕਰ 'ਚ ਡਿੱਗ ਪੈਂਦੇ ਹਾਂ। ਅੱਜ ਇਹੀ ਗੱਲ ਖੁਲਾਸਾ ਮਹਾਰਾਜ ਕਰਦੇ ਨੇ, ਪਿਆਰਿਓ, ਕਲਯੁੱਗ ਦੇ ਵਿੱਚ, ਆ ਸੰਸਾਰ ਵਿੱਚ ਵਿਚਰਦੇ ਹੋ ਨਾ, ਇੱਥੇ ਸਭ ਤੋਂ ਡਾਢੀ ਤਾਕਤ ਅਗਰ ਕੋਈ ਹੈ ਤਾਂ ਜਮ ਦੀ ਤਾਕਤ ਹੈ। ਸਭ ਤੋਂ ਵੱਡੀ ਤਾਕਤ ਅਗਰ ਕੋਈ ਤਾਂ ਜਮ ਦੀ ਤਾਕਤ, ਮੌਤ ਦੀ ਤਾਕਤ ਹੈ। ਸਭ ਤੋਂ ਵੱਡਾ ਸਹਿਮ ਅਗਰ ਸਾਡੇ ਸਿਰ 'ਤੇ ਹੈ ਤਾਂ ਮੌਤ ਦਾ ਸਹਿਮ ਹੈ।
ਅਧਿਆਤਮਕ ਮੰਡਲਾਂ ਦੇ ਵਿੱਚ ਵਿਚਰਨ ਵਾਲਿਆਂ ਗਿਆਨੀਆਂ ਤੇ ਭਗਤਾਂ ਦੇ ਵਾਸਤੇ ਮਹਾਰਾਜ ਨੇ ਜਦੋਂ ਜੁਗਤਾਂ ਦਿੱਤੀਆਂ ਨੇ, ਉਹ 'ਚ ਮਹਾਰਾਜ ਨੇ ਦੱਸਿਆ ਕਿ ਸੰਸਾਰ ਵਿੱਚ ਜਿਹੜੇ ਸਭ ਤੋਂ ਵੱਡੇ ਦੁੱਖ ਨੇ ਨਾ, ਉਹਨਾਂ ਦੇ ਵਿੱਚੋਂ ਵੀ ਇੱਕ ਦੁੱਖ ਮੌਤ ਦਾ ਦੁੱਖ ਹੈ। ਅਸੀਂ ਕਦੇ ਕਦੇ ਪਾਠ ਕਰਦੇ ਪੜ੍ਹਦੇ ਹਾਂ, ਆਪਨੇ ਤੇ ਪੜ੍ਹਿਆ ਹੋਣਾ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ, ਜਮਦੂਤ। ਇਹ ਚੌਥੇ ਮੰਡਲ ਦਾ ਦੁੱਖ ਹੈ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ, ਦੂਜਾ ਭੁੱਖ ਦਾ, ਤੀਜਾ ਮਾਇਆ ਦੇ ਭਰਮ ਚੱਕਰ ਭਰਮੇਵਿਆਂ ਦਾ, ਚੌਥਾ ਭੁੱਖ ਦਾ, ਅਤੇ ਪੰਜਵਾਂ ਪੱਧਰ ਸਭ ਤੋਂ ਛੋਟਾ ਪੱਧਰ ਹੁੰਦਾ ਹੈ ਸਰੀਰ 'ਤੇ ਲੱਗੇ ਹੋਏ ਰੋਗ ਦਾ। ਮੌਤ ਦਾ ਦੁੱਖ ਬੜਾ ਵੱਡਾ ਹੈ। ਹਰ ਜੀ ਬਚਣਾ ਚਾਹੁੰਦਾ ਹੈ, ਹਰ ਜੀ ਜਮ ਤੋਂ ਡਰਦਾ ਹੈ। ਇਸੇ ਕਰਕੇ ਮਹਾਰਾਜ ਵੀ ਪਾਵਨ ਬਾਣੀ 'ਚ, ਜਿਨ੍ਹਾਂ ਨੇ ਧਿਆਨ ਦੇ ਨਾਲ ਪਾਵਨ ਬਾਣੀ ਦਾ ਪਾਠ ਕੀਤਾ, ਨੂੰ ਪਤਾ ਹੈ ਕਿ ਪਾਵਨ ਬਾਣੀ 'ਚ ਬਹੁਤ ਵਾਰ ਜਮ ਅਤੇ ਜਮਪੁਰੀ ਦਾ ਜ਼ਿਕਰ ਹੈ, ਬਹੁਤ ਵਾਰ ਧਰਮਰਾਜ ਦਾ ਜ਼ਿਕਰ ਹੈ। ਬਸ ਉਹੀ ਹੈ, ਧਰਮਰਾਜ ਵੀ ਉਹੀ ਆ ਜੇ, ਅਤੇ ਜਮਰਾਜ ਵੀ ਉਹੀ ਹੈ। ਰੱਖਣਾ ਅਸੀਂ ਜਦੋਂ ਕਦੇ ਵਿਆਖਿਆ ਕਰਦੇ ਹਾਂ ਜਮਰਾਜ ਰੂਪ ਵਿੱਚ, ਤੇ ਡਰਾਵਣਾ ਅਤੇ ਭਿਅੰਕਰ ਹੈ, ਬੜਾ ਡਾਢਾ ਅਤੇ ਸਖਤ ਹੈ। ਅਤੇ ਜਦੋਂ ਧਰਮਰਾਜ ਰੂਪ 'ਚ ਵਿਆਖਿਆ ਕਰਦੇ ਤੇ ਸੌਫਟ ਅਤੇ ਕੋਮਲ ਹੈ। ਪਰ ਚੇਤਾ ਰੱਖਣਾ ਹੈ ਉਹ ਇੱਕੋ ਹੀ, ਬਸ ਪਾਸਾ ਵਰਤਦਾ ਹੈ ਅਤੇ ਜਮਰਾਜ ਹੁੰਦਾ, ਦੂਜੇ ਪਾਸੇ ਮੂੰਹ ਕਰਦਾ ਹੈ ਅਤੇ ਧਰਮਰਾਜ ਦਾ। ਅੱਗੇ ਜਾ ਕੇ ਜਦੋਂ ਸਾਰੰਗ ਦੀ ਵਿਚਾਰ 'ਚ ਪ੍ਰਵੇਸ਼ ਕਰੋਗੇ, ਉੱਥੇ ਇੱਕ ਪਤਾ ਲੱਗਾ ਜਮ ਤੇ ਹੋਵੇ ਧਰਮਰਾਜ। ਜਮ ਹੀ ਹੈ ਪਰ ਹੋ ਜਾਂਦਾ ਹੈ ਧਰਮਰਾਜ। ਪਤਾ ਕਿਹਨਾਂ ਲਈ? ਜਿਹੜੇ ਇੱਥੋਂ ਬੰਦਗੀ ਕਰਕੇ ਜਾਂਦੇ ਨੇ। ਜਿਹੜੇ ਇੱਥੇ ਬੰਦਗੀ ਕਰਕੇ ਜਾਣਾ ਤੇ ਸਭ ਨੇ ਆ, ਕਿਉਂਕਿ ਆਏ ਹਾਂ ਤੇ ਜਾਣਾ ਹੈ। ਅਤੇ ਜਾਣਾ ਕਿੱਥੇ, ਕਿਹਦੇ ਵੱਸ ਪੈਣਾ? ਇੱਥੇ ਤੇ ਅਸੀਂ ਕਿਸੇ ਦੇ ਵੱਸ ਲੱਗਦੇ ਨਹੀਂ ਨਾ, ਵੀ ਸਾਡੇ 'ਤੇ ਕੁੰਡਾ ਕੋਈ ਨਹੀਂ। ਠੀਕ ਹੈ, ਸਰਕਾਰਾਂ ਦੇ ਮਾੜੇ ਮੋਟੇ ਕਾਨੂੰਨ ਨੇ, ਪਰ ਥੋੜ੍ਹੇ ਬਹੁਤੇ ਸਾਡੇ 'ਤੇ ਧਰਮ ਦਾ ਦਬਾਅ ਹੁੰਦਾ, ਥੋੜ੍ਹਾ ਬਹੁਤਾ ਪਰਿਵਾਰ ਦਾ, ਸਮਾਜ ਦਾ, ਸੁਸਾਇਟੀ ਦਾ ਮੰਨ ਲੈਂਦੇ ਹਾਂ। ਇੱਥੇ ਤਾਂ ਫਿਰ ਵੀ ਅਸੀਂ ਕਾਨੂੰਨ ਤੋੜਦੇ ਰਹਿੰਦੇ ਹਾਂ, ਪਰਿਵਾਰ ਦੀਆਂ ਗੱਲਾਂ ਵੱਡਿਆਂ ਦੀਆਂ ਤੋੜਦੇ ਰਹਿੰਦੇ ਹਾਂ, ਅਤੇ ਅੱਗੋਂ ਕਦੇ ਮਾਫੀ ਮੰਗ ਲਈ, ਕਦੇ ਮੁੱਕਰ ਗਏ, ਕਦੇ ਝੂਠ ਬੋਲ ਲਿਆ। ਆਪਾਂ ਇੱਦਾਂ ਕਰਦੇ ਰਹਿੰਦੇ ਹਾਂ। ਪਰ ਚੇਤਾ ਰੱਖਣਾ, ਜਦੋਂ ਅਸੀਂ ਅੱਗੇ ਜਾਣਾ ਹੈ, ਉੱਥੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛਣੀ। ਉੱਥੇ ਤਾਂ ਸਿਰਫ ਇੱਕੋ ਹੀ ਆ, ਜੋ ਪਿੱਛੇ ਆਪਾਂ ਬਹੁਤ ਖੁਲਾਸੇ ਦੇ ਨਾਲ ਉਹਦਾ ਜ਼ਿਕਰ ਆਲਾਹਣੀਆਂ 'ਚ ਪੜ੍ਹ ਚੁੱਕੇ ਹਾਂ। ਕਿਉਂਕਿ ਜਮ ਹੈ, ਬੜਾ ਡਾਢਾ ਹੈ। ਮਹਾਰਾਜ ਇਤਨਾ ਡਾਢਾ ਹੈ, ਜਿਹਨੂੰ ਕਿ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਮਹਾਰਾਜ ਉਹ ਇੰਨਾ ਡਾਢਾ ਕੀ ਅਮੋੜ ਹੈ? ਕਹਿਣ ਲੱਗੇ ਨਹੀਂ, ਕਰਤਾ ਪੁਰਖ ਵਾਹਿਗੁਰੂ ਜੀ ਨੇ ਉਸ ਦੀ ਡਿਊਟੀ ਲਾਈ ਹੋਈ ਹੈ। ਮਤ ਖਿਆਲ ਕਰਨਾ ਜਮ ਨੂੰ ਗਾਲਾਂ ਕੱਢੋ, ਤੁਸੀਂ ਜਮਰਾਜ ਨੂੰ ਗਾਲਾਂ ਕੱਢੋ। ਜਮਰਾਜ ਵੀ ਕਰਤਾ ਪੁਰਖ ਦੇ ਹੁਕਮ ਦੇ ਵਿੱਚ ਹੀ ਬੈਠਾ ਹੋਇਆ ਹੈ। ਕਲਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ। ਜਿਵੇਂ ਅੱਜ ਕੱਲ੍ਹ ਅਸੀਂ ਵੇਖਦੇ ਕਦੇ ਕਿ ਜੁਡੀਸ਼ਲੀ ਵਿੱਚ ਜੱਜ ਬੈਠਾ ਹੁੰਦਾ ਹੈ, ਉਹੀ ਜੱਜ ਇੱਕ ਬੰਦੇ ਨੂੰ ਬਰੀ ਕਰ ਦਿੰਦਾ ਹੈ, ਅਤੇ ਅਗਲੇ ਪਲ ਦੂਸਰਾ ਫੈਸਲਾ ਸੁਣਾਉਂਦਾ, ਉਸਨੂੰ ਫਾਹੇ ਟੰਗ ਦਿੰਦਾ ਹੈ। ਇੱਕ ਨੂੰ ਉਮਰ ਕੈਦ ਸੁਣਾਉਂਦਾ ਹੈ, ਇੱਕ ਨੂੰ ਇੰਨੇ ਸਾਲ ਦੀ ਕੈਦ, ਇੰਨਾ ਜੁਰਮਾਨਾ, ਅਤੇ ਉਹੀ ਜੱਜ ਦੂਜੇ ਬੰਦੇ ਵਾਸਤੇ ਬੜਾ ਸੌਫਟ ਹੈ, ਜਾਂ ਤੈਨੂੰ ਬਾਇਜ਼ਤ ਬਰੀ ਕਰਦੇ ਆ, ਤੇਰੇ 'ਤੇ ਲੱਗੇ ਸਾਰੇ ਇਲਜ਼ਾਮ ਹਟਾ ਦੇਣੇ ਆ, ਬਾਇਜ਼ਤ ਬਰੀ, ਅਤੇ ਇੱਕ ਨੂੰ ਬਾਇਜ਼ਤ ਮੌਤ। ਉਹੀ ਜਮ ਹੈ, ਉਹੀ ਧਰਮਰਾਜ ਹੈ, ਕਿਉਂਕਿ ਉਹ ਕਿਸੇ ਕਾਨੂੰਨ ਦੇ ਤਹਿਤ ਕੰਮ ਕਰ ਰਿਹਾ, ਉਹਦੇ ਉੱਤੇ ਕੋਈ ਨਿਯਮਾਵਲੀ, ਉਹਦੇ ਮੁਤਾਬਕ ਕੰਮ ਕਰਦੇ। ਜਾਂ ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ। ਲਿਖ ਨਾਵੇਂ ਦਾ ਮਤਲਬ ਹੈ ਇੱਕ ਸਿਸਟਮ ਬਣਾ ਕੇ ਲਿਖ ਕੇ ਦਿੱਤਾ ਇਹਨੂੰ। ਜਿਵੇਂ ਇਹਨਾਂ ਕੋਈ ਸੰਵਿਧਾਨ ਹੈ, ਠੀਕ ਹੈ ਜੀ, ਆਪਣਾ ਕੋਈ ਕਾਨੂੰਨ ਦੀ ਕਿਤਾਬ ਹੈ, ਇਹਨਾਂ ਦੇ ਕੀਤੇ ਕਰਤੱਵ ਨੂੰ, ਕੀਤੇ ਫੈਸਲੇ ਨੂੰ ਤੁਸੀਂ ਕਾਨੂੰਨ ਮੁਤਾਬਕ ਹੀ ਚੈਲੰਜ ਕਰ ਸਕਦੇ ਹੋ, ਗੱਲਾਂ ਬਾਤਾਂ ਦੇ ਨਾਲ ਨਹੀਂ। ਇੱਥੇ ਭਾਵਨਾ, ਇਸੇ ਕਰਕੇ ਅਦਾਲਤਾਂ ਵਿੱਚ ਭਾਵਨਾਵਾਂ ਨਹੀਂ ਚੱਲਦੀਆਂ। ਅਸੀਂ ਲੱਖ ਰੋਈਏ, ਕੋਈ ਨਹੀਂ ਸੁਣਾਈ। ਜਿਹਦਾ ਜ਼ਿਕਰ ਗੁਰਬਾਣੀ 'ਚ ਕੀਤਾ ਵੀ ਹੈ ਵੀ ਕੋਈ ਚੋਰ ਅਦਾਲਤ ਵਿੱਚ ਖਲੋਤਾ ਹੋਇਆ ਬੜਾ ਰੋਂਦਾ ਹੈ ਕਿ ਜੱਜ ਦਾ ਹਿਰਦਾ ਪਿਘਲ ਜਾਂਦਾ ਹੈ, ਅਤੇ ਉਹੀ ਬੰਦਾ ਥੋੜ੍ਹੀ ਦੇਰ ਬਾਅਦ ਜੱਜ ਦੀ ਚਾਪਲੂਸੀ ਕਰਨ ਲੱਗ ਪੈਂਦਾ, ਤੁਸੀਂ ਬੜੇ ਚੰਗੇ ਹੋ ਜੀ, ਬੜੇ ਚੰਗੇ ਹੋ ਜੀ, ਤੁਸੀਂ ਤੇ ਧਰਮਾਤਮਾ ਹੋ ਜੀ, ਤੁਸੀਂ ਤੇ ਪੜ੍ਹੇ ਲਿਖੇ ਹੋ। ਕੀ ਜੱਜ ਦਾ ਫੈਸਲਾ ਬਦਲ ਦੇਵੇਗਾ? ਪਾਤਸ਼ਾਹ ਕਹਿਣ ਲੱਗੇ ਨਹੀਂ, ਜੇ ਬਦੀ ਕਰੇ ਤਾਂ ਤਸੁ ਨ ਛੀਚੇ। ਜੇ ਉਹਦੀ ਬਦੀ ਕਰਦਾ ਹੈ ਤਦ ਵੀ ਨਹੀਂ ਫਰਕ ਪੈਂਦਾ ਉਸ ਨੂੰ। ਅਤੇ ਜੇ ਚੋਰ ਸਲਾਹ ਹੈ ਚੀਤ ਨਾ ਭੀਜੈ।
जे चोर कठघरे 'ਚ खड़ा है चोरी साबित हो गई, चोर साबित हो गए। ਹੁਣ ਉਹ ਕਹਿਣ ਲੱਗੇ ਨਹੀਂ ਮਹਾਰਾਜ ਜੈ ਸਾਹਿਬ ਤੁਸੀਂ ਤੇ ਧਰਮੀ ਬੰਦੇ ਹੋ, ਤੁਹਾਡੇ ਤੇ ਸਿਫਤ ਹੀ ਬੜੀ ਹੈ, ਤੇ ਕੀ ਸਜ਼ਾ ਕੱਟ ਜਾਏਗੀ? ਨਹੀਂ, ਕਿਉਂਕਿ ਉਹਨੇ ਤੇ ਕਾਨੂੰਨ ਮੁਤਾਬਕ ਸਜ਼ਾ ਦੇ ਦੇਣੀ ਆ। ਨਿਆਂ ਕਾਨੂੰਨ ਮੁਤਾਬਕ ਹੈ ਨਾ, ਯਾਦ ਰੱਖਣਾ। ਆਹ ਤੇ ਨਿਆਂ ਫਿਰ ਵੀ ਅਸੀਂ ਕਹਿ ਸਕਦੇ ਹਾਂ, ਪਰ ਧਰਮਰਾਜ ਦਾ ਦਰਗਾਹ ਦਾ ਨਿਆਂ ਬਿਲਕੁਲ ਕਾਨੂੰਨ। ਉੱਥੇ ਜੀਓ ਨਵੇਂ ਨੇ, ਉਹ ਲਿਖ ਨਾਵੈ ਧਰਮ ਬਹਾਲਿਆ, ਤੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਅੱਜ ਕਹਿੰਦੇ ਨਾ, ਉਹ ਕੀ ਕਰਦਾ ਹੈ? ਹੁਕਮੇ ਕਾਰ ਕਮਾਏ। ਉਹ ਹੁਕਮ ਦੇ ਵਿੱਚ ਹੀ ਆਪਣੀ ਕਾਰਵਾਈ ਕਰਦਾ ਹੈ, ਅਤੇ ਉਹਦੀ ਕਾਰਵਾਈ ਦਾ ਸਿਲਸਿਲਾ ਇੱਕ ਪਾਸਾ ਬੜਾ ਸਖਤ ਹੈ, ਜਿਹਦਾ ਜ਼ਿਕਰ ਬਹੁਤ ਵਾਰ ਜਮਪੁਰੀ ਦਾ ਜ਼ਿਕਰ ਗੁਰਬਾਣੀ 'ਚ ਕੀਤਾ ਗਿਆ। ਕੋਈ ਮੰਨਦਾ ਕਿ ਨਹੀਂ ਮੰਨਦਾ ਇਹ ਗੱਲ ਵੱਖਰੀ ਹੈ, ਪਰ ਮਹਾਰਾਜ ਤੇ ਲਿਖ ਲਿਖ ਕੇ ਦਿੰਦੇ ਨੇ। ਹੋਰ ਕਿੱਦਾਂ ਦੱਸਣ ਸਾਨੂੰ? ਆਪਾਂ ਇਹੀ ਮੰਨਦੇ ਵੀ ਹਾਂ ਕੋਈ ਲਿਖਤ ਦਿਖਾਓ, ਅਤੇ ਗੁਰਬਾਣੀ 'ਚ ਲਿਖਤ ਪੜ੍ਹ ਲਓ ਭਾਈ। ਲੇਖਾ ਲੀਜੈ ਤਿਲ ਜਿਉ ਪੀੜੀ, ਬੜੇ ਆ ਕਿਤੇ ਫਿਰ ਦੁਹਰਾਦੇ ਹਾਂ। ਜਿਨ੍ਹਾਂ ਨੂੰ ਨਹੀਂ ਸੁਣਿਆ ਵਿਚਾਰਿਆ, ਪਿਛਲੇ ਦਿਨ 'ਚ ਆਪਾਂ ਪੜ੍ਹਿਆ ਅਲਾਹਣੀਆਂ ਦਾ ਪਾਠ, ਕਿਤੇ ਦੁਬਾਰਾ ਕਰਕੇ ਦੇਖ ਲੈਣਾ। ਉਹ 'ਚ ਸਾਰ ਲਿਖ ਕੇ ਮਹਾਰਾਜ ਤੈ ਕੀ ਹੈ ਭਾਈ, ਕਿਵੇਂ ਹੁੰਦਾ ਜੇ। ਬਹੁਤ ਥਾਵਾਂ 'ਤੇ ਮਹਾਰਾਜ ਨੇ ਜ਼ਿਕਰ ਕੀਤਾ ਕਿ ਉਹ ਜਮ ਲੇਖਾ ਲੈਂਦਾ, ਕਿਵੇਂ ਲੈਂਦਾ। ਔਰ ਅੱਗੇ ਜਾ ਕੇ ਫਿਰ ਜ਼ਿਕਰ ਕੀਤਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਇਹ ਸਭ ਜਮ ਕੇ ਵਸ ਪੈਂਦੇ ਨੇ। ਜਮ ਤਿਨਾਂ ਕੀ ਜਮ ਕੀ ਸਰਕਾਰ ਹੈ, ਉਹਨਾਂ ਦੇ ਸਿਰ 'ਤੇ ਜਮਰਾਜ ਹੈ। ਜਮਪੁਰੀ ਵਿੱਚ ਦੁੱਖ ਪ੍ਰਾਪਤ ਹੁੰਦੇ ਨੇ, ਲੋਕਾਂ ਨੂੰ ਆਪਣੇ ਕੀਤੇ ਭੁਗਤਾਨ ਕਰਨੇ ਪੈਂਦੇ ਨੇ। ਸਭ ਦਰਜ ਹੈ ਮਹਾਰਾਜ ਦੀ ਬਾਣੀ 'ਚ, ਕਿਉਂਕਿ ਸਭ ਹੁਕਮ ਹੈ। ਮਹਾਰਾਜ ਕੀ ਤੋਂ ਬਚਾਅ ਵੀ ਹੁੰਦਾ ਹੈ। ਜੇ ਜਮਰਾਜ ਸਭ ਦਾ ਲੇਖਾ ਲੈਂਦਾ ਹੈ, ਕੀ ਸਾਡਾ ਵੀ ਲਏਗਾ? ਬਿਲਕੁਲ ਲਏਗਾ। ਮਹਾਰਾਜ ਫਿਰ ਤੇ ਮਾਰੇ ਜਾਵਾਂਗੇ। ਮਹਾਰਾਜ ਕਹਿਣ ਲੱਗੇ ਨਹੀਂ, ਜੇ ਜਮ ਦੇ ਦੁੱਖ ਤੋਂ ਬਚਣਾ ਜੇ, ਤੇ ਫਿਰ ਇੱਕ ਕੰਮ ਕਰ ਲਓ। ਕੀ ਕਰੀਏ ਜੀ? ਆਪਣੇ ਗੁਰੂ ਦੇ ਸਿੱਖ ਹੋ ਜਾਓ, ਗੁਰੂ ਦੇ ਬਣ ਕੇ ਰਹੋ। ਜੇ ਤੁਸੀਂ ਗੁਰੂ ਦੇ ਬਣ ਕੇ ਰਹੋਗੇ, ਤੇ ਫਿਰ ਕੀ ਕਹੇਗਾ? ਗੁਰ ਰਾਖੇ, ਜਿਨ੍ਹਾਂ ਨੂੰ ਗੁਰੂ ਰੱਖ ਲੈਣਗੇ। ਤੇ ਗੁਰੂ ਕਿੱਥੇ ਰੱਖਣਗੇ? ਜਿਨ੍ਹਾਂ ਨੂੰ ਗੁਰੂ ਅਪਣਾ ਲੈਣਗੇ, ਜਿਨ੍ਹਾਂ ਦੇ ਸਿਰ 'ਤੇ ਗੁਰੂ ਆਪਣਾ ਹੱਥ ਰੱਖ ਦੇਣਗੇ, ਜਿਨ੍ਹਾਂ ਨੂੰ ਗੁਰੂ ਕਹਿਣ ਇਹ ਮੇਰੇ ਆ। ਇਸਲਾਮ 'ਚ ਬੜੀ ਬਾਰੀਕ ਨੁਕਤੇ ਦੀ ਗੱਲ ਹੈ, ਇਸੇ ਨੁਕਤੇ ਦੀ ਵਿਆਖਿਆ ਕਰਦੀ ਹੈ। ਕਹਿਣ ਲੱਗੇ ਜਦੋਂ ਕਿਆਮਤ ਦੇ ਦਿਨ ਸਾਰੀਆਂ ਰੂਹਾਂ ਨੂੰ ਉਠਾਇਆ ਜਾਏਗਾ, ਅਤੇ ਉਹਨਾਂ ਦਾ ਫੈਸਲਾ ਹੋਏਗਾ, ਜਿਨ੍ਹਾਂ ਨੂੰ ਉਹਨਾਂ ਦੇ ਵਡੇਰੇ ਮੁਹੰਮਦ ਕਹਿਣਗੇ ਮੇਰੇ ਨੇ, ਉਹੀ ਬਚਣਗੇ। ਇਹੀ ਈਸਾਈਅਤ ਵਿੱਚ ਹੈ। ਕਹਿਣਗੇ ਕਿਆਮਤ ਦਾ ਦਿਨ ਹੈਗਾ, ਜਿਨ੍ਹਾਂ ਨੂੰ ਈਸਾ ਮਸੀਹ ਜੀ ਕਹਿਣਗੇ ਮੇਰੇ ਨੇ, ਉਹ ਤਾਂ ਬਚਣਗੇ। ਆਖੇ ਬਾਕੀ? ਕਹਿਣਗੇ ਬਾਕੀ ਸਭ ਦੋਜ਼ਖ ਦੀ ਅੱਗ 'ਚ ਛੱਡ ਦਿੱਤੇ ਜਾਣਗੇ। ਅਤੇ ਦੋਜ਼ਖ ਦੀ ਅੱਗ ਅਤੇ ਜੰਨਤ ਹੈ ਤੇ ਕਰਤੇ ਦੇ ਹੁਕਮ ਦੀ ਖੇਡਾਂ ਨਾ। ਸਵਰਗ ਅਤੇ ਨਰਕ ਦੇ ਸਿਲਸਿਲੇ ਨੂੰ ਲੋਕ ਅਲੱਗ-ਅਲੱਗ ਨਜ਼ਰੀਏ ਨਾਲ ਵੇਖਦੇ ਨੇ, ਅਲੱਗ-ਅਲੱਗ ਨਜ਼ਰ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਲੋਕਾਂ ਨੇ ਸਮਝਣ ਸਮਝਾਉਣ ਦੇ ਅਲੱਗ-ਅਲੱਗ ਪੈਰਾਮੀਟਰ ਲਿਖੇ ਹੋਣਗੇ। ਮਹਾਰਾਜ ਕਹਿੰਦੇ ਨੇ ਭਾਈ ਇਹ ਦੁੱਖ ਅਤੇ ਸੁੱਖ ਕਰਤੇ ਦੇ ਹੁਕਮ 'ਚ ਨੇ। ਜੇ ਤੂੰ ਬਚਣਾ ਹੈ ਦੁੱਖਾਂ ਤੋਂ, ਤੇ ਫਿਰ ਭਾਈ ਗੁਰੂ ਦੀ ਕਿਰਪਾ, ਗੁਰੂ ਦਾ ਪਿਆਰਾ ਹੋ ਜਾ। ਗੁਰ ਰਾਖੇ ਸੇ ਉਭਰੇ, ਜਿਨ੍ਹਾਂ ਨੂੰ ਗੁਰੂ ਰੱਖ ਲੈਂਦਾ ਉਹ ਬਚ ਜਾਂਦੇ ਨੇ। ਗੁਰੂ ਰੱਖੇ, ਇਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ? ਇੱਕ ਬੜਾ ਪਿਆਰਾ ਜਿਹਾ ਸੂਤਰ ਗੁਰਬਾਣੀ 'ਚ ਦਿੱਤਾ, ਆਪਣੇ ਪੜ੍ਹਿਆ ਹੋਣਾ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਾਹਿਠ। ਜਿਵੇਂ ਆ ਘਰਾਂ 'ਚ, ਹੁਣ ਤਾਂ ਚਲੋ ਘਰਾਂ 'ਚ ਨਹੀਂ ਵਰਤੇ ਜਾਂਦੇ, ਪੁਰਾਣੇ ਵਕਤਾਂ 'ਚ ਵੇਖਿਆ ਤਾਂ ਹੋਣਾ ਹੀ ਹੈ ਨਾ, ਕਿ ਦੋ ਪੁੜ ਅਲੱਗ-ਅਲੱਗ ਰੱਖੇ ਹੁੰਦੇ ਸੀ। ਜਦੋਂ ਆਟਾ ਪੀਣਾ ਜਾਂ ਹੋਰ ਕੋਈ ਦਾਲ ਮਸਾਲਾ ਪੀਸਣਾ, ਅਤੇ ਚੱਕੀ ਜੋੜ ਲੈਣੀ, ਨਹੀਂ ਤਾਂ ਸਾਫ ਸੁਫ ਕਰਕੇ ਅਲੱਗ-ਅਲੱਗ ਰੱਖ ਦੇਣੀ। ਅਤੇ ਜਦੋਂ ਚੱਕੀ ਪੀਸਣ ਦਾ ਵਕਤ ਆਉਣਾ, ਦੋਨੋਂ ਪੁੜ ਜੋੜ ਦੇਣੇ। ਆਪਣੇ ਪਿਆਰ ਨਾਲ ਪਾਲੀ ਹੋਈ ਫਸਲ ਦੇ ਸਾਫ ਸੁਥਰੇ ਕੀਤੇ ਦਾਣੇ ਚੱਕੀ 'ਚ ਪਾਉਣ ਲੱਗ ਪੈਣਾ। ਪਹਿਲਾਂ ਆਪ ਹੀ ਪਾਲੇ, ਆਪ ਹੀ ਸਵਾਰੇ, ਸਾਂਭ ਸਵਾਰ ਕੇ ਸਫਾਰ ਕੇ ਰੱਖੇ ਨੇ, ਹੁਣ ਆਪੇ ਪੀਸਣ ਲੱਗ ਪਏ। ਹੁਣ ਉਹ ਦਾਣੇ ਪੀਸਣ ਲੱਗ ਪਏ ਭਾਈ। ਕੀ ਉਹਨਾਂ ਪਿਸਤੇ ਹੋਏ ਦਾਣਿਆਂ 'ਚੋਂ ਕੋਈ ਬਚੇਗਾ ਵੀ? ਅਤੇ ਫਿਰ ਦੇਖਿਆ ਚੱਕੀ ਪੀਸਣ ਤੋਂ ਬਾਅਦ ਫਿਰ ਪੁੜ ਪੁੱਟੇ, ਵੇਖਿਆ ਕੁਝ ਮੁੱਠੀ ਪਰ ਦਾਣੇ ਫਿਰ ਬਚ ਗਏ। ਮਣ ਪਰ ਦਾਣੇ ਪੀਸ ਲਏ, ਪਰ ਮੁੱਠੀ ਪਰ ਦਾਣੇ ਬਚ ਗਏ। ਉਹ ਮੁੱਠੀ ਪਰ ਦਾਣੇ ਕਿਹੜੇ ਬਚੇ? ਅਤੇ ਸਿਆਣ ਨੂੰ ਪਤਾ ਜਿਹੜੀ ਕਿੱਲੀ ਨਾਲ ਜੁੜ ਗਏ। ਉਹ ਕਿੱਲੀ ਦੇ ਨਾਲ ਥੋੜ੍ਹਾ ਜਿਹਾ ਗੈਪ ਹੁੰਦਾ, ਉਸ ਗੈਪ ਦੇ ਵਿੱਚ ਆ ਗਏ ਅਤੇ ਉਹ ਬਚ ਗਏ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਕਰਤਾ ਪੁਰਖ ਦੇ ਹੁਕਮ ਦੇ ਵਿੱਚ ਹੀ ਦੁੱਖ ਅਤੇ ਸੁੱਖ ਦੀ ਚੱਕੀ ਚੱਲਦੀ ਹੈ। ਇਹ ਨਰਕ ਅਤੇ ਸੁਰਗ ਦੀ ਚੱਕੀ ਚੱਲਦੀ ਹੈ, ਹੁਕਮ ਦੀ ਚੱਕੀ ਚੱਲਦੀ ਹੈ।
अगर ये चों बचना जे तो केवल इको जुगत जे अपने केंद्र ना जुड़ जाओ। तो साडा केंद्र किहड़ा है? चक्की ते दाणे दे केंद्र ते किली है। साडा केंद्र किहड़ा है? साडा केंद्र गुरु नानक है, गुरु है। भाई जे इस संसार दे चलदी हुई चक्की चों पिसन तो बचना जे ते गुरु दे नाल जुड़ जाओ। दोए पुड़ चक्की जोड़ के पीसन आए बैठ, जो दर रहे से उबरे, नानक अजब डिठ। जिहड़े दर ते पहुँच गए वो बच गए। इसे करके तो सानू 2 वार कहा जाता है। सवेरे सवेरे भी अपने क्या होना है, आसा की वार चो जिक्र आ जाता है, तो संध्या वक्त भी आप पढ़े ने, सो दर तेरा केहा। महाराज वो दर किहड़ा जिथे जाके बचा मैं बच जावांगा। जिथे तुसीं संभाल कर लेंदे हो, जिथे पहुँचे हो उन्होंने तुसीं संभाल लेंदे हो, जिथे पहुँचे हो तो जम का प्रभाव नहीं पैंदा। सो दर तेरा केहा, सो घर केहा, जित बह सर्ब संभाले। सियाणे मनते ने कुछ दर ते पहुँचिया तो जम का प्रभाव नहीं पैंदा। मैं नहीं कह सकता, लेकिन सुनिया ना, जिथे आप बैठे हैं ना, ये उस दर का एक प्रतिरूप है। ब्रह्मंडी पसारे विच ये उहदा एक मुकाम है। तो जिहड़े इत्थे बैठ गए उन्हां ते जम का प्रभाव नहीं पेगा। एक गाथा है निक्की जी, आपने सुनी होवेगी। साडे सारिਆਂ ਦੇ ਜਦੋਂ प्राण हरण ਹੁੰਦੇ ਨੇ ਤੇ ਕਹਿੰਦੇ ਨੇ ਦੂਤ ਆਉਂਦੇ ਨੇ। ਅਸੀਂ ਵੱਡਿਆਂ ਤੋਂ ਹੀ ਸੁਣਿਆ, ਦੇਖਿਆ ਤੇ ਭਾਈ ਕਿਸੇ ਨਹੀਂ, ਭਾਜੀ ਦੇ ਨਾਲ ਵਰਤਦੇ ਉਹ ਦੱਸਣ ਜੋਗਾ ਰਹਿੰਦਾ ਕੋਈ ਨਹੀਂ। ਪਰ ਐਸੇ ਕੁਝ ਪ੍ਰਮਾਣ ਹੈਗੇ ਨੇ ਜਿਹੜੇ ਦੱਸਣ ਜੋਗੇ ਹੈਗੇ ਨੇ। ਪਰ ਅਸੀਂ ਸੁਣਿਆ ਕਿ ਦੂਤ ਆਉਂਦੇ ਨੇ ਪ੍ਰਾਣ ਕੱਢਣ ਵਾਸਤੇ, ਜਮਦੂਤ ਆਉਂਦੇ ਨੇ। ਤੇ ਆਪਾਂ ਨੂੰ ਪਤਾ ਕਿਤੇ ਜਮਦੂਤ ਧਰਤੀ ਤੇ ਕੋਈ ਐਸਾ ਟਿਕਾਣਾ ਹੈ ਜਿੱਥੇ ਜਮਦੂਤ ਦੀ ਪਹੁੰਚ ਨਾ ਹੋਵੇ। ਤੇ ਸੰਸਾਰ ਦੇ ਕਿਸੇ ਦਾਰਸ਼ਨਿਕ ਤੋਂ, ਗਿਆਨੀ ਤੋਂ ਪੁੱਛਾਂ, ਕਹਿਣਗੇ ਨਹੀਂ ਭਾਈ ਜਮਦੂਤ ਤੇ ਹਰ ਥਾਂ ਤੇ ਪਹੁੰਚ ਜਾਂਦਾ। ਬੜੀ ਵੱਡੀ ਇੱਕ ਗਾਥਾ ਲੋਕ ਮਿਥਿਹਾਸ ਕਹਿੰਦੇ ਨੇ। ਰਾਜੇ ਪਰੀਖਸ਼ਿਤ ਦਾ ਨਾਂ ਲੈ ਲੈ ਕੇ ਸੁਣਾਈ ਜਾਂਦੀ ਸੀ। ਦੇਖੋ ਜੀ, ਰਾਜੇ ਪਰੀਖਸ਼ਿਤ ਨੇ ਮੌਤ ਤੋਂ ਬਚਣ ਵਾਸਤੇ ਬੜਾ ਇੰਤਜ਼ਾਮ ਕੀਤਾ। ਉਹਨੇ ਪਾਣੀ ਦੇ ਵਿੱਚ ਸ਼ੀਸ਼ੇ ਦਾ ਮਹਿਲ ਬਣਾ ਲਿਆ, ਲੇਕਿਨ ਮੌਤ ਉੱਥੇ ਵੀ ਪਹੁੰਚ ਗਈ। ਸੁਣਿਆ ਪੜ੍ਹਿਆ ਸਾਨੇ। ਕੀ ਜਮਦੂਤ ਤੋਂ ਬਚਾਅ ਹੋ ਸਕਦਾ ਹੈ? महाराज कहने लगे जमदूत तो बचा हो सकता जी। याद रखना, शरीर छुट्टण का बचा नहीं जे। शरीर ते आत्मा ने अलग होना उहदा नियत समा है, वो किते भी हो जाएगा, पर जमदूत नहीं मारेगा। पुछा किथे? कहने लगे सत्संगत है, जे इत्थे बैठे रहे तो तुहानूं जमदूत नहीं मारेगा। साडे कोल प्रमाण कोई है तो महाराज ने लिख के दिता है। तो चेता रखना, जिहड़ी गल किस नूं लिख के दे दी उहदे जिम्मेदार होईदा है। आपां कुछ लिख दईए तो जिम्मेदार हाँ, जो लिख के दिता गया उहदे जिम्मेदार गुरु नानक ने ना। तो पावन बाणी च लिख के देंदे ने, जय साधु गोबिंद भजन कीर्तन नानक नीतणा हाउणै धूणै छुटै निकट न जाइयो दूत। धर्मराज नूं जमराज कहंदे ने, जदों दूतां नूं मातलोक ते भेजदा किसी प्राण हरण वास्ते, ते नाल एक चेतावनी दे के भेजदा, भाई जिथे सतसंगत होवे, साधु संगत होवे, प्यारे बैठे रब दा भजन करदे होण, उत्थे मत जाइयो। जे तू उत्थे चला गया तो ना तू रहेगा तो ना मैं रहेगा। इस करके भाई जे बचना जे तो गुरु शरण प्राप्त कर लो। गुरु की शरण विच बचाव है। गुरु की शरण विच सानू जमदूत तो, दुख तो, मौत तो, इन चीज़ों तो बचाव है। गुर राखे से उबरे। जिन्होंने गुरु रख लेंदे ने वो बच जाते हैं। उभरन का मतलब डुबदे डुबदे फिर बच गए। उभरन का सही अर्थ करना होवे तो डुबदे डुबदे नूं कोई सहारा मिल जाए तो बच जाए। जिन्होंने गुरु बचा लेंदे ने वो बच जाते हैं, नहीं तो मनमुखां दे सजाए। नहीं तो बाकी जिहड़े गुरु तो मनमुख हो जाते ने फिर उन्होंने सजा जमदूत दिंदे ने। तो केवल जमदूत ही नहीं दिंदे, धर्मराज फैसला करता है। बड़ा प्यारा जा डाढ़ा जा बचन आपने है तो सरल जिहा पर पढ़िया होना। धर्म राए जम कंकरा नूं आख छड्डिया, इस तपै दे मूँह कोई लग्यो नहीं। ये सतगुर है फिटकारिया। और ये वार्तक रूप लगता है ना, महाराज जी पर बाणी च लिख के दिता है। धर्म राए जम कंकरा नूं आख छड्डिया, इस तपै नूं
तिथे खड़ पायो। भाई अपने आप ਨੂੰ ਧਰਮੀ ਕਹਿੰਦਾ ਸੀ ਪਰ ਗੁਰੂ ਦਾ ਵਿਰੋਧ ਕਰਦਾ ਸੀ। ਸਾਰਾ ਕੁਝ ਕਹਾਣੀਆਂ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਵਾਪਰੀਆਂ ਨੇ। ਭਈ ਇਹਨੂੰ ਉੱਥੇ ਸੁੱਟਿਓ ਜਿੱਥੇ ਇਹਦੇ ਕੋਈ ਮੂੰਹ ਨਾ ਲੱਗੇ, ਮੱਥੇ ਨਾ ਲੱਗੇ, ਤੇ ਇਸ ਤਾਂ ਪੈ ਇਹਨੂੰ ਤਿੱਥੇ ਖੜ ਪਾਇਓ। ਕਿੱਥੇ ਸੁੱਟੀਏ ਜੀ? ਜਿੱਥੇ ਮਹਾ ਹਥਿਆਰ ਆ। ਫਿਰ ਇਸ ਤਪੇ ਦੇ ਮੂੰਹ ਕੋ ਲੱਗਿਓ ਨਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਇਹ ਸਤਿਗੁਰ ਦੇ ਦਰ ਤੋਂ ਫਿਟਕਾਰਿਆ ਗਿਆ ਤਪਾ ਹੈ। ਇਸ ਨੂੰ ਉੱਥੇ ਸੁੱਟੋ ਜਿੱਥੇ ਮਹਾਨ ਹਥਿਆਰੇ ਹੰਕਾਰੀਆਂ ਨੂੰ ਸੁੱਟਿਆ ਗਿਆ। ਔਰ ਇਹ ਸਭ ਕੁਝ ਮਹਾਰਾਜ ਨੂੰ ਲਿਖ ਕੇ ਦਿੱਤਾ। ਇਹ ਜਮਦੂਤ ਜਮਰਾਜ ਸਿੰਘ ਤੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਰੱਖ ਲੈਂਦੇ ਨੇ ਉਹ ਜਮਦੂਤਾਂ ਦੇ ਹੱਥਾਂ ਵਿੱਚ ਆਏ ਹੋਏ ਰੂਹਾਂ ਵੀ ਬਚਾ ਲੈਂਦੇ ਨੇ ਦਾ ਜ਼ਿਕਰ ਸੀ ਜਨਮ ਸਾਖੀ 'ਚ ਪੜ੍ਹਿਆ। ਨਹੀਂ ਤੇ ਮਨਮੁੱਖਾਂ ਦੇ ਸਜਾਏ, ਮਨਮੁੱਖਾਂ ਨੂੰ ਤੇ ਰੱਜ ਕੇ ਸਜਾਵਾ ਮਿਲਦੀਆਂ ਨੇ। ਕਿੱਦਾਂ ਕਿ ਦਿੰਦੇ ਨੇ, ਕਹਿਣ ਲੱਗੇ ਸੁਣਿਆ ਨਹੀਂ ਤੈਂ ਸੁਣਿਆ ਨਹੀਂ ਧਰਮ ਰਾਏ, ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸੁਣਿਆ ਸਹਿਆ ਜਾਏ। ਫਿਰ ਇੱਥਾਂ ਵੀ ਕਹਿੰਦੇ ਨੇ ਭਾਈ ਇਹ ਹੁਕਮੀ ਬੰਦਾ ਹੈ ਭਾਈ, ਇਹਨੂੰ ਗਾਲਾਂ ਨਾ ਕੱਢਿਆ ਕਰੋ, ਇਹਨੂੰ ਬੁਰਾ ਨਾ ਕਿਹਾ ਕਰੋ, ਹੁਕਮੇ ਕਾਰ ਕਮਾਏ। ਉਹ ਵਿਚਾਰਾ ਹੁਕਮ ਦਾ ਬੱਧਾ ਹੈ, ਉਹ ਵਿਚਾਰਾ ਕੀ ਕਰੇ? ਉਹਨੂੰ ਜੋ ਨਿਯਮ ਲਿਖ ਕੇ ਦਿੱਤਾ ਉਹਦੇ ਮੁਤਾਬਕ ਉਹ ਸਜ਼ਾ ਦੇ ਦਿੰਦਾ। ਉਸ ਤਾਂ ਕਿਸੇ ਨੂੰ ਤਪਤ ਥੰਮ ਗਲ ਲਾਏਂਦਾ ਕਰ ਦੇਵੇ, ਕਿਸੇ ਨੂੰ ਤਪ ਦੇ ਥੰਮ ਨਾ ਬੰਨ੍ਹ ਦੇਵੇ, ਅਤੇ ਕਿਸੇ ਨੂੰ ਉਬਲਦੇ ਤੇਲ 'ਚ ਡੁੱਬ ਦੇਵੇ। ਕਿਸੇ ਨੂੰ ਤੇ ਲੇਖਾ ਲੀਜੇ ਤਿਲ ਜਿਉਂ ਪੀੜੀ, ਕਿਸੇ ਨੂੰ ਤੇਲ ਵਾਂਗ ਦਰ ਲਏ ਲੇਖਾ ਪੀੜ ਸੁੱਟੈ। ਰੋਜ਼ਾਨਾ ਪੜ੍ਹਦੇ ਹੋ ਨਾ ਆਸਾ ਕੀ ਵਰਤ, ਦਰ ਲਏ ਲੇਖਾ, ਆਪਣੇ ਦਰ 'ਤੇ ਆਪਣੇ ਮੁਕਾਮ 'ਤੇ ਲੇਖਾ ਲੈਂਦਾ, ਪੀੜ ਸੁੱਟੇ ਕਿਤਾ ਨਾਨਕਾ ਜਿਉਂ ਤੇਲ। ਫਿਰ ਕਹਿੰਦੇ ਜਮ ਕਾਲੇ ਵਸ ਜਗ ਬਾਂਧਿਆ। ਜਮਕਾਲ ਦੇ ਵਸ ਵਿੱਚ ਆ ਸਾਰਾ ਜਗਤ ਬਣਿਆ। ਇਹ ਨਹੀਂ ਇੱਕ ਦੋ ਚਾਰ ਜੀ, ਜਿਤਨੇ ਸੰਸਾਰ 'ਚ ਜੀ ਜਨਮ ਲੈ ਕੇ ਆਏ ਨੇ। ਇੱਕ ਚੇਤਾ ਰੱਖਣਾ, ਜਿਤਨੇ ਜੀ ਮਨੁੱਖ ਜੋਨ ਤੋਂ ਬਦਲਵੇਂ ਜੀਵਨਾਂ ਨੇ ਉਹ ਆਪਣੇ ਕਿਸੇ ਹੁਕਮੀ ਕਲਾ ਦੇ ਵਿੱਚ ਹੀ ਕਿਸੇ ਤਰੱਕੀ ਦੇ ਰਾਹ 'ਤੇ ਅਚਨਚੇਤ ਤੁਰੇ ਜਾਣ, ਕਿਉਂਕਿ ਉਹਨਾਂ ਲਈ ਕੋਈ ਨਿਯਮ ਧਰਮ ਨਹੀਂ, ਉਹਨਾਂ ਦਾ ਆਪਣਾ ਕੁਦਰਤੀ ਨਿਯਮ ਹੈ, ਉਹਨਾਂ ਦਾ ਕੁਦਰਤੀ ਧਰਮ ਹੈ। ਉਹ ਆਪਣੇ ਆਪਣੇ ਧਰਮ ਕਦਰਤ ਨੂੰ ਕਰ ਰਹੇ ਨੇ। ਪਰ ਮਨੁੱਖ ਵਾਸਤੇ ਜੋ ਸਾਡਾ ਕੁਦਰਤੀ ਜੀਵਨ ਹੈ ਅਤੇ ਉਹਦੇ ਨਾਲ ਅਸੀਂ ਫਿਰ ਅਧਿਆਤਮਿਕ ਜੀਵਨ ਜਿਉਣਾ। ਇੱਥੇ ਸਾਡੇ ਵਾਸਤੇ ਦੋ ਰਾਹ ਖੁੱਲ੍ਹਦੇ ਨੇ। ਇੱਥੋਂ ਅਸੀਂ ਨਿਵਾਣ 'ਤੇ ਡਿੱਗ ਸਕਦੇ ਹਾਂ, ਇੱਥੋਂ ਅਸੀਂ ਉਚਾਈ ਵੱਲ ਜਾ ਸਕਦੇ ਹਾਂ। ਇੱਥੋਂ ਅਸੀਂ ਪਸ਼ੂ ਜੂਨ ਵੱਲ ਡਿੱਗ ਸਕਦੇ ਹਾਂ, ਇੱਥੋਂ ਅਸੀਂ ਦੈਵਿਕ ਜੂਨ ਨਾਲ, ਦੈਵਿਕ ਰੂਹਾਂ ਮੰਡਲ ਜਾ ਸਕਦੇ ਹਾਂ। ਅਸੀਂ ਬਹੁਤ ਸਾਰਾ ਬਚਨ ਸੁਣਿਆ। ਜਿਹੜੇ ਬੰਦੇ ਪ੍ਰਭੂ ਦੇ ਪਿਆਰ ਵਿੱਚ ਗੁਰਮੁਖ ਜਨਾਂ ਦੀ ਸੰਗਤ ਨਹੀਂ ਕਰਦੇ ਫਿਰ ਉਹ ਮਨੁੱਖ ਤੇ ਬਣੇ ਨੇ, ਪਰ ਮਨੁੱਖਤਾ ਤੋਂ ਬਾਅਦ ਫਿਰ ਨੀਵੇਂ ਕਰਮਾਂ ਡਿੱਗ ਪੈਂਦੇ ਨੇ। ਬੜਾ ਪਿਆਰਾ ਬਚਨ, ਕਿਤੇ ਸਮਾਂ ਲੱਗੇ ਪਾਠ ਕਰ ਲੈਣਾ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਫਿਰ ਇਹੋ ਜਿਹੀਆਂ ਬੈਲਾਂ ਵਰਗੀਆਂ ਜੂਨਾਂ ਭੁਗਤਣੀਆਂ ਪੈਂਦੀਆਂ ਨੇ। ਅਤੇ ਜੇ ਪਰਮਾਤਮਾ ਦੇ ਵਾਹਿਗੁਰੂ ਦੇ ਸਿਮਰਨ ਤੋਂ ਛੁੱਟ ਗਏ ਅਤੇ ਫਿਰ ਕਾਕਸੈ ਸਾਕਸੈ ਤੁਲ ਖਲੈ ਹੋਣਾ ਪੈਂਦਾ। ਮਹਾਰਾਜ ਕਹਿਣ ਲੱਗੇ ਬਚ ਜਾਂਦੇ ਨੇ ਉਹ ਜੀ ਜਿਹੜੇ ਗੁਰੂ ਰੱਖ ਲੈਂਦੇ, ਨਹੀਂ ਤੇ ਬਾਕੀ ਸਾਰੇ ਜੀਆਂ ਦੇ ਸਿਰ 'ਤੇ ਜਮਰਾਜ ਦਾ, ਮੌਤ ਦਾ, ਜਮ ਦਾ ਹੁਕਮ ਵਰਤਦਾ ਹੈ। ਜਮ ਕਾਲੇ ਵਸ ਜਗ ਬਾਂਧਿਆ। ਜਮਕਾਲ ਦੇ ਵਸ ਵਿੱਚ ਸਾਰੇ ਜੀ ਬੰਨ੍ਹ ਕੇ ਦਿੱਤੇ ਨੇ। ਸਮੇਂ ਦੀ ਪਾਬੰਦੀ 'ਚ ਅਸੀਂ ਲੋਕ ਬੱਝੇ ਪਏ ਹਾਂ, ਕਰਮ ਚੱਕਰਾਂ 'ਚ ਬੱਝੇ ਪਏ ਹਾਂ, ਅਤੇ ਸਾਰੇ ਦੇ ਸਾਡੇ 'ਤੇ ਜਮ ਦਾ ਕੁੰਡਾ। ਫਿਰ ਮਹਾਰਾਜ ਕਹਿਣ ਲੱਗੇ ਜਮ ਕਾਲੇ ਵਸ ਜਗ ਬਾਂਧਿਆ ਤਿਸਤਾ ਫਰੂ ਨਾ ਕੋਏ। ਫਰੂ ਬੜਾ ਪੁਰਾਣਾ ਸ਼ਬਦ ਹੈ ਜੋ ਹੁਣ ਬੋਲ ਚਾਲ ਵਿੱਚ ਨਹੀਂ ਹੈ। ਫਰੂ ਦਾ ਮਤਲਬ ਅੱਜ ਫੜੂ। ਜਮ ਕਾਲ ਦੇ ਵਸ 'ਚ ਪਏ ਹੋਏ ਨੂੰ ਕੌਣ ਫੜੂ? ਭਾਵ ਜਮ ਦੇ ਸ਼ਿਕੰਜੇ 'ਚੋਂ, ਜਮ ਦੇ ਪੰਜੇ 'ਚੋਂ ਕੌਣ ਬਚਾਏਗਾ ਤੁਹਾਨੂੰ? ਬੜਾ ਡਾਢਾ ਹੈ ਨਾ। ਫਰੂ ਫਰੂ ਕਹਿੰਦੇ ਨੇ ਪਕੜਨ ਵਾਲਾ, ਬਚਾਉਣ ਵਾਲਾ, ਰਾਖਾ। ਉਹਦਾ ਰਾਖਾ ਕੌਣ ਹੈ? ਜੋ ਜਮ ਦੇ ਬੰਧੇ ਬਚ ਗਿਆ। ਇਸ ਕਰਕੇ ਭਾਈ ਜਗਤ ਜਮ ਦੇ ਬੰਧਨ 'ਚ ਬੱਧਿਆ ਹੋਇਆ ਅਤੇ ਉਹਨਾਂ ਦਾ ਰਾਖਾ ਕੋਈ ਨਹੀਂ ਜੇ। ਫਿਰ ਕੀ ਕਰੀਏ? ਇੱਕ ਤਰੀਕਾ ਹੈ, ਜਿਨ ਜਮ ਕੀਤਾ ਸੋ ਸੇਵੀ ਹੈ। ਜਮ ਦੇ ਬੰਧਨ 'ਚੋਂ ਛੁੱਟਣ ਵਾਸਤੇ ਹਾਲ ਤੌਬਾ ਕੰਮ ਨਹੀਂ ਆਉਣੀ, ਛਟਪਟਾਹਟ ਕੰਮ ਨਹੀਂ ਆਏਗੀ। ਜਿੰਨਾ ਮਰਜ਼ੀ ਜ਼ੋਰ ਲਗਾ ਲੇ ਕੋਈ ਕਰਾਮਾਤਾਂ ਦਾ, ਜਮ ਦੇ ਬੰਧਨ 'ਚੋਂ ਨਹੀਂ ਛੁੱਟ ਸਕਦਾ। ਜਿੰਨਾ ਮਰਜ਼ੀ ਜ਼ੋਰ ਲਗਾ ਲੇ ਕੋਈ ਯਾਰ ਤੇਜ਼ ਧਾਣੀ ਬੜਾ ਅਮੀਰ ਹੋਵੇ, ਜਿਹਦੇ ਘੋੜੇ ਹਵਾ ਨਾਲ ਉੱਡਦੇ ਹੋਣ। ਆਪ ਅੱਜ ਦੇ ਬਚਨ 'ਚ ਬੜਾ ਕੁਝ ਜ਼ਿਕਰ ਕੀਤਾ ਨਾ, ਪਵਨ ਤੇਜ਼ ਹੋਵੇ, ਘੋੜੇ ਨੇ ਉੱਡਦੇ ਹੋਣ ਕਿ ਉਹਦੇ ਪਵਨ ਨਾਲ ਗੱਲਾਂ ਕਰ ਦੇਣ। ਸਮਝ ਲਈ ਕਿ ਅੱਜ ਕਿਸੇ ਕੋ ਕਾਰਾਂ ਵਾਹੀਕਲ ਇੰਨੇ ਵੱਡੀਆਂ ਹੋਣ ਕਿ ਹਵਾ 'ਚ ਉੱਡਦਾ ਫਿਰਦਾ ਹੋਵੇ।
जिद को चतुरंगणी सेना होवे, जिद को सोना चांदी धन जो, तो पता ही नहीं अंबार लगे होण, पर जम दे बंधन चों फिर भी नहीं छुटदा। फिर की करी, कहण लगे उहदे मालक नूं चेते करो, जिन जम कीता सो सेवी है। जिसने जमराज नूं बनाया तुसीं उहदा नाम लो। बड़ा प्यारा एक बचन है, पाठ करदे पढ़े हो, जिवें असीं पावन बाणी च पढ़दे हां कि माया दे 5 पुत्र विकार ने। विकारां तो बचन वास्ते असीं दुनिया भर दे ज्ञान ध्यान दीयां गल्लां करदे, पर विकारां तो बचाव नहीं हुंदा, क्योंकि बड़े डाढे ने। फिर की करिए? फिर इन्हां दे मालक अगे पुकार करिए, क्योंकि हर बंदा अपने अफसर दा, अपने मालक दा हुक्म मनदा है। इसे तरह ये विकार जिहड़े ने ये भी अपने मालक दा हुक्म मनदे ने। ते महाराज ने एक बड़ा प्यारा जुगत ते उन्हें समझण वास्ते दार्शनिक लोग समझाते होंदे ने कि मान लो असीं किसी सज्जन मित्र दे घर जाने आ, दरवाज़ा खटखटाने ते दर ते कुत्ता भौंकण लग पैंदा। दरवाज़ा तो खुला है पर कुत्ता भौंकदा पिया। वो गली च वो नहीं आउंदा ते अंदर सन वड़न नहीं दिंदा। फिर असीं की करिए? जां ते घर मुड़ जाइए ते जां कुत्ते नाल लड़ीए, ते मूर्खता है। फिर तीजा काम होर भी हैगा है, उस कूकर दे मालक नूं पुकारो। कूकर दे मालक तक अगर तुहाडी खबर पहुँच गई तो उन्हें अंदरे बैठे बैठे ने एक आवाज़ देनी है, कूकर ने चुप कर जाना है बस। क्योंकि कूकर अपने मालिक की आवाज़ पछाणदा है, बोलदा है। तो कहण लगे जदों उन्हें हटा दिता तो कूकर नूं चुप करके दुबक के किते बह जाना। तुहाडे लई मार जिन कीते जिन कीए से रखे हटाए। जदों असीं इस राह ते तुरदे हां, विकार साडे के राह खलो लेंदे ने, फिर मालिक नूं पुकारो, मालिक इन्हां नूं हटा देवेगा। जिसके से तिन रखे हटाए, ये जिहदे हैगे ने वो हटा देगा। जिन जम कीता सो सेवी। इस करके प्यारिओ रब दा सिमरन सेवा करो, क्योंकि रब ने ही तां जमदूत बनाया है। ਜਿਹੜੇ ਗੁਰਮੁਖ बन के अपने करता पुरख की सेवा सिमरन करते हैं, गुरमुख दुख ना होए। उन्हां गुरमुख जिन्हां नूं कोई दुख नहीं हुंदा। इस करके महाराज कहण लगे नानक गुरमुख जम सेवा करे, सगों उल्टा काम हो जाता। वो जमराज गुरमुखां की सेवा चाण हाज़र हुंदा है। जनक दीयां कहानियां बहुत वार असां पढ़ियां ने। एक तुक कह के समाप्ति करा। पापी कर्म कमावदे करदे हाय हाय, नानक जो मत्थन मधाणियां त्यो मथे धर्म राए। ये वो लोग जिहड़े जमदे बद्धे होए ते दूजे पासे नाम ध्यान साजना, जन्म पदार्थ जीत। नानक धर्म ऐसे चव है कीनू पावन पुनीत। उन्हां दी जम सेवा करन लग पैंदा। नानक गुरमुख जम सेवा करे, जिन मन सच्चा होए। जिन्हां दे मन विच सच्चा वाहिगुरू वस जांदा है, जमराज भी उन्हां दी सेवा च आ जांदा। गुरुदेव कृपा करन असीं अपने सच्चे सतगुर दे सिमरन जप भजन ते ज्ञान स्वीकार कर सकीए, ताकि मौत ते जमदूत दे चक्कर तो बच सकी। भुल चुक दी खिमा, आसीस ते प्यार दे फतेह बुलावणा जी। वाहिगुरू जी का खालसा, वाहिगुरू जी।